सुशील रिंकू साडा नेता सुशील रिंकू सुशील रिंकू और बड़ा मंत्री और बड़ा मंत्री सुशील रिंकू जिंदाबाद चरणजीत चन्नी जिंदाबाद भाई सड़कों का काम वाटर सप्लाई का काम किते भाई आओ आ अंदर हाँ भाई आया महाराज का मंदिर का भगवान ज्ञानगिरी महाराज जी का मंदिर के सामने एक उन्होंने ਜਿਹੜਾ ਨਾ ਭਵਨ ਤਿਆਰ ਕੀਤਾ ਜਾ ਰਿਹਾ ਤੇ 120 ਫੁੱਟੀ ਰੋਡ ਦੇ ਵਿੱਚ ਭਗਵਾਨ ਮਹਰਸ਼ੀ ਵਾਲਮੀਕੀ ਜੀ ਦਾ ਮੰਦਿਰ ਦਾ ਵੀ ਸੋ ਫੁੱਲਾਂ ਦੇ ਹਾਰ ਪਾ ਕੇ ਭਾਰੀ ਸਮਰਥਨ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਜੀ ਦਾ। ਸੋ ਦੇਖ ਸਕਦੇ ਹੋ कांग्रेस पार्टी जिंदाबाद कांग्रेस पार्टी जिंदाबाद 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 सुशील कुमार रिंकू जिंदाबाद इंडियन नेशनल कांग्रेस जिंदाबाद इंडियन नेशनल कांग्रेस कांग्रेस पार्टी सरदार चरणजीत सिंह चन्नी साथियों ਸਾਡੇ ਮਹੱਲੇ ਦੇ ਵਿੱਚ ਕੇਪੀ ਪਾਰਾ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਜੀ ਪਧਾਰ ਚੁੱਕੇ ਨੇ ਕਿਉਂਕਿ ਸਾਡੇ ਅਸੀਂ ਬਹੁਤ ਉਹਨਾਂ ਦਾ ਆਇਆ ਜੀ ਆਇਆਂ ਨੂੰ ਬਹੁਤ ਸਵਾਗਤ ਕਰਦੇ ਹਾਂ ਮਹੱਲਾ ਨਿਵਾਸੀਆਂ ਵੱਲੋਂ ਤੇ ਮੈਡਮ ਸਿੰਦਰ ਕੌਰ ਜੀ ਸੀਨੀਅਰ ਡਿਪਟੀ ਮੇਅਰ ਜੀ ਦਾ ਵੀ ਅਸੀਂ ਬਹੁਤ ਆਮ ਕੇ ਸਵਾਗਤ ਤੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਸੋਸ਼ਲ ਮੀਡੀਆ ਦੇ ਪ੍ਰਧਾਨ ਨਿਸ਼ਾਨ ਭਾਈ ਜੀ ਦਾ ਰਿਪਨ ਜੀ ਦਾ ਜੈਨ ਸਾਹਿਬ ਦਾ ਮੋਂਟੂ ਸਿੰਘ ਦਾ ਸਿੰਧਾ ਭਾਜੀ ਜਿੰਨੀ ਭਾਜੀ ਔਰ ਜਿੰਨੇ ਵੀ ਮੇਰੇ ਭਰਾ ਭੈਣਾ ਦਰਜਾ ਬਦਰਜਾ ਮੇਰੇ ਸਾਥੀ ਜਿੰਨੇ ਵੀ ਨੇ ਸਾਰਿਆਂ ਦਾ ਜੀ ਆਇਆਂ ਨੂੰ ਬਹੁਤ ਸਵਾਗਤ ਹੈ ਜੀ। ਤੇ ਨਾਲ ਉਹਨਾਂ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਵੀਨ ਜੈਨ ਜੀ ਦਾ ਵੀ ਬਹੁਤ ਸਵਾਗਤ ਹੈ ਤੇ ਜੋ ਕਿ ਮਹੱਲਾ ਨਿਵਾਸੀ ਵੱਲੋਂ ਜੋ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਹੈ ਸੰਜੀਵ ਜੈਨ ਜੀ ਹੋਰ ਵੀ ਜਿਹੜੀ ਉਹਨਾਂ ਦੀ ਪੂਰੀ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਤੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੀ ਹੋ 111 ਦਿਨਾਂ ਦੇ ਵਿੱਚ ਸਰਦਾਰ ਸਾਡੇ ਸੀਐਮ ਸਾਹਿਬ ਸਰਦਾਰ ਚਰਨਜੀਤ ਸਿੰਘ ਚੰਨੀ ਜੋ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਗਰੀਬ ਵਰਗ ਦੇ ਬਾਰੇ ਸੋਚਿਆ ਜੋ ਕਿ ਸਾਡੇ ਦੇ 2 ਕਿਲੋਵਾਟ ਤੋਂ ਘੱਟ ਜਿਹੜੇ ਬਿਜਲੀ ਦੇ ਬਿੱਲ ਸੀਗੇ 40 ਹਜ਼ਾਰ 50 ਹਜ਼ਾਰ ਜਿਹੜੇ ਮੇਰੇ ਮਜ਼ਦੂਰ ਭਰਾ ਦੇ ਨਹੀਂ ਸੀ ਸਕਦੇ ਉਹ ਆਂਦੇ ਹੀ ਉਹਨਾਂ ਨੇ ਸਭ ਤੋਂ ਪਹਿਲਾਂ ਮਾਫ ਕਰਾਏ ਤੇ ਬਿਜਲੀ 3 ਰੁਪਏ ਯੂਨਿਟ ਸਾਰਿਆਂ ਵਾਸਤੇ ਸਸਤੀ ਕਰਾਈ। ਜਾਤਵਾਦ ਨੂੰ ਖਤਮ ਕਰਕੇ ਉਹਨਾਂ ਨੇ ਕੰਮ ਕੀਤੇ ਆ। पेट्रोल 10 रुपए लीटर ਤੇ ਡੀਜ਼ਲ 5 रुपए लीटर ਸਸਤਾ ਕਰਾਇਆ ਤੇ ਸਮੇਂ ਦੀ ਥੋੜੀ ਕਮੀ ਹੈ। ਤੁਸੀਂ ਜਾਣਦੇ ਹੋ ਕਿ ਐਮਐਲਏ ਸਾਹਿਬ ਨੇ ਹੋਰ ਵੀ ਮੀਟਿੰਗਾਂ ਅਟੈਂਡ ਕਰਨੀਆਂ ਤੇ ਮੈਂ ਅੱਗੋਂ ਇੱਕ ਵਾਰੀ ਫਿਰ ਤੋਂ ਜੈ ਘੋਸ਼ ਇੰਡੀਅਨ ਨੈਸ਼ਨਲ ਕਾਂਗਰਸ। ਸੋ ਭਾਰੀ ਸਮਰਥਨ ਮਾਡਲ ਹਾਊਸ ਦੇ ਵਿੱਚੋਂ ਵੀ ਲਾਈਵ ਤਸਵੀਰਾਂ ਦੇਖ ਸਕਦੇ ਹੋ ਮਿਲ ਰਿਹਾ ਜੀ ਵਿਧਾਇਕ ਸਾਹਿਬ ਨੂੰ। ਮੈਂ ਹੁਣ ਬੇਨਤੀ ਕਰਦਾ ਸੰਜੀਵ ਜੈਨ ਜੀ ਨੂੰ ਅਗਲਾ ਬੁਲਾਣਾ। ਸੋ ਮੈਡਮ ਸੁਰਿੰਦਰ ਕੌਰ ਮੇਅਰ ਵੀ ਜਲੰਧਰ ਦੇ ਉਹ ਵੀ ਇੱਥੇ ਹਾਜ਼ਰ ਨੇ। ਸੋ ਭਾਰੀ ਸਮਰਥਨ ਲਾਈਵ ਤਸਵੀਰਾਂ ਦੇਖ ਸਕਦੇ ਹੋ। ਮਾਡਲ ਹਾਊਸ ਕੇਪੀ ਪਾਰਕ ਦੀਆਂ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਜਿੱਥੇ ਕਿ ਵਿਧਾਇਕ ਸਾਹਿਬ ਮੀਟਿੰਗ ਅਟੈਂਡ ਕਰਨ ਦੇ ਲਈ ਆਏ ਨੇ। ਸਾਡੇ ਮਾਡਲ ਹਾਊਸ ਦੀ ਸ਼ਾਨ ਕਾਂਗਰਸ ਪਾਰਟੀ ਦਾ ਸਭ ਤੋਂ ਵਧੀਆ ਸੇਵਾਦਾਰ ਮੇਰਾ ਛੋਟਾ ਭਰਾ ਸੋਨੂ ਭੰਡਾਰੀ ਜੀ ਦੋ ਸ਼ਬਦ ਤਿਆਰੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਵਧੀਆ ਦਿਨ ਹੈ ਕਿ ਸਾਡੀ ਮਾਂ ਸਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਸਾਡੇ ਸਵਾਰ ਦੀ ਆਨ ਬਾਨ ਸ਼ਾਨ ਸਾਡੇ ਕੋਲ ਬੈਠੀ ਹੈ। ਅਸੀਂ ਬੜੇ ਖੁਸ਼ ਹਾਂ ਕਿ ਸਾਨੂੰ ਇਸ ਵੈਸਟ ਇਲਾਕੇ ਦੇ ਐਮਐਲਏ ਵਧੀਆ ਮਿਲਿਆ। ਸੀਨੀਅਰ ਡਿਪਟੀ ਮੇਅਰ ਸਿੰਦਰ ਕੌਰ ਮੈਡਮ ਬਹੁਤ ਵਧੀਆ ਮਿਲੀ ਜਿਹਦੇ ਘਰ ਜਾਣ ਦੀ ਲੋੜ ਨਹੀਂ ਆਪੇ ਹੀ ਫੋਨ ਕਰ ਦੋ ਮੈਡਮ ਜੀ ਕਹਿੰਦੇ ਬੇਟਾ ਤੂੰ ਕਿੱਥੇ ਹੈਗਾ ਤੇਰੇ ਸੈਨ ਹੋ ਜਾਂਦੇ ਆ। ਇਹੋ ਜਿਹੀ ਲੇਡੀਜ਼ ਇਸ ਵੈਸਟ ਵਾਲਿਆਂ ਨੂੰ ਨਹੀਂ ਮਿਲਣੀ। ਬਹੁਤ ਵਧੀਆ ਲੇਡੀਜ਼ ਹੈ। 24 ਘੰਟੇ ਲੇਡੀਜ਼ ਦੇ ਦਰਵਾਜ਼ੇ ਖੁੱਲੇ 24 ਘੰਟੇ ਬੱਚਾ ਚੱਲ ਜੇ ਬੁੱਢਾ ਚੱਲ ਜੇ ਮੈਡਮ ਨੇ ਚਾਹ ਤੋਂ ਬਿਨਾ ਕਿਸੇ ਨੂੰ ਨਹੀਂ ਤੋਰਨਾ।
ਕਿਉਂਕਿ ਜਦੋਂ ਮੈਂ ਸ਼ੁਰੂ ਤੋਂ ਹੀ ਮਾਂ ਕਹਿੰਦਾ ਇਹ ਹੈਗੀ ਮੇਰੀ ਮਾਂ ਹੈ। ਕਿਉਂਕਿ ਇਸ ਵੈਸਟ ਹਲਕੇ ਦੀ ਸ਼ਾਨ ਹੈਗੀ ਹੈ, ਜਿਹੜੀ ਸ਼ਾਨ ਜਿਹਨੂੰ ਗਰਵ ਨਾਲ ਕਹੀਦਾ ਅਸੀਂ ਕਾਂਗਰਸੀ ਆ ਤੇ ਸਾਡੀ ਸੀਨੀਅਰ ਡਿਪਟੀ ਮੇਅਰ ਸਿੰਦਰ ਕੌਰ ਆ ਕਿ ਸਾਡੇ ਵੈਸਟ ਹਲਕੇ ਦੀ ਸ਼ਾਨ ਹੈਗੀ ਹੈ ਸ਼ਾਨ। ਤੇ ਦੂਜਾ ਸਾਡਾ ਸੁਸ਼ੀਲ ਰਿੰਕੂ ਜਿਹੜਾ ਇਸ ਟਾਈਮ ਸੁਪਰਸਟਾਰ ਦੇ ਦਿੱਤਾ ਸਾਨੂੰ ਉਹਨਾਂ ਨੇ, ਸੁਪਰਸਟਾਰ 24 ਘੰਟੇ ਉਸ ਬੰਦੇ ਦੇ ਦਰਵਾਜ਼ੇ ਖੁੱਲੇ ਆ ਭਾਜੀ। 20 ਸਾਲ ਤੋਂ ਤੇ ਲੋਕੀ ਕੋਲੇ ਤੋਂ ਤਰਸਦੇ ਹੀ ਕੋਲੇ ਨੂੰ, ਜਿਹੜਾ ਉਸ ਬੰਦੇ ਨੇ 5 ਸਾਲਾਂ 'ਚ ਬਣਾਤਾ। ਜਿਹੜੇ ਕਹਿੰਦੇ ਨੇ ਵਿਕਾਸ ਨਹੀਂ ਕੀਤਾ, ਰਿੰਕੂ ਨੇ ਕੀ ਕੀਤਾ? ਉਹ ਮੈਂ ਕਿਹਾ ਮੇਰੇ ਨਾਲ ਚੱਲੋ, ਸਾਡੇ ਨਾਲ ਪ੍ਰੈਸ ਕਾਨਫਰੰਸ ਕਰਾਓ, ਦੱਸਾਂਗੇ ਰਿੰਕੂ ਸਾਡੇ ਨੇ 5 ਸਾਲਾਂ 'ਚ ਕੀ ਕੀਤਾ। ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕਾਲਜ ਐਡਾ ਵੱਡਾ 15 ਸਾਲ ਤੋਂ ਸੜਕ ਨਹੀਂ ਬਣੀ, ਉਹ ਬਣ ਗਈ ਭਾਜੀ। ਅੱਛਾ ਮੰਤਰੀ ਆਏ ਨੇ ਭਾਵੇਂ ਸਾਡੀ ਪਾਰਟੀ ਦੇ ਆ, ਭਾਵੇਂ ਬੀਜੇਪੀ ਦੇ 10 ਸਾਲ ਸਾਰੇ ਆ, ਏਦਾਂ ਦਾ ਪ੍ਰੋਜੈਕਟ ਕੋਈ ਨਹੀਂ ਲਿਆ ਜਿੰਨਾ ਸਾਡਾ ਸੁਸ਼ੀਲ ਰਿੰਕੂ ਲੈ ਕੇ ਆਇਆ। ਇਸ ਵਰਗਾ ਬੰਦਾ ਨਹੀਂ ਮਿਲਣਾ ਭਾਜੀ, ਜਿਹੜਾ ਮਰਜ਼ੀ ਕਹੀ ਜਾਵੇ ਤੁਹਾਨੂੰ ਕਿ ਰਿੰਕੂ ਉਹਦਾ। ਇਹਨੂੰ 24 ਘੰਟੇ ਬੁਲਾ ਲਓ, 24 ਘੰਟੇ ਆ ਜਿਹੜਾ ਬੰਦਾ 24 ਘੰਟੇ। ਜਿੱਦਾਂ ਸੀਨੀਅਰ ਡਿਪਟੀ ਮੇਅਰ ਦੇ ਘਰ ਚੱਲ ਜਾਓ, ਉੱਥੇ ਸਾਡੇ ਰਿੰਕੂ ਭਾਈ ਦੇ ਘਰ ਚੱਲ ਜਾਓ। ਮੈਂ ਰਿੰਕੂ ਭਾਈ ਦੇ ਅੱਗੇ ਕਰਜੇ ਕਰਨਾ ਚਾਹੁੰਦਾ, ਇਲੈਕਸ਼ਨ ਖਤਮ ਹੁੰਦੀ ਹੈ, ਜਿੱਤ ਕੇ ਤੁਸੀਂ ਮੰਤਰੀ ਬਣਨਾ ਹੈ, ਇੱਕ ਟੀਮਾਂ ਬਣਾਓ ਜੂਆ ਮੁੰਡਿਆਂ ਦੀਆਂ। ਜਿਹੜੇ ਕਿਸੇ ਦਾ ਬਜ਼ੁਰਗ ਦਾ ਕੰਮ ਹੈ, ਉਹਦਾ ਘਰ ਬੈਠੇ ਤੁਹਾਡੀ ਮੋਹਰ ਚਾਹੀਦੀ ਹੈ, ਉਹ ਕਹੇ ਮੈਂ ਕਰਾ ਕੇ ਲਿਆਉਂਗਾ, ਰਿੰਕੂ ਦਾ ਬੰਦਾ ਮੈਂ ਵਾਂ, ਮੈਂ ਕਰਾ ਕੇ ਦਾਂਗਾ ਘਰ। ਜਿੱਦਾਂ ਅਸੀਂ ਘਰ ਘਰ ਵੋਟਾਂ ਮੰਗਣ ਜਾਂਦੇ ਆ, ਅਗਲੀ ਵਾਰੀ ਸਾਨੂੰ ਉਦਾਂ ਦਾ ਲੋੜ ਨਾ ਪਵੇ, ਸਾਰੇ ਕਹਿੰਦੇ ਰਿੰਕੂ ਨੂੰ ਜਿਤਾਉਣਾ, ਕਿਉਂਕਿ ਰਿੰਕੂ ਦੀ ਟੀਮ ਬਹੁਤ ਸਟਰੋਂਗ ਆ। ਇਸ ਕਰਕੇ ਮੈਂ ਰਿੰਕੂ ਭਾਈ ਅੱਗੇ ਅਪੀਲ ਕਰਨਾ ਚਾਹੁੰਦਾ ਕਿ ਜੂਆ ਮੁੰਡਿਆਂ ਨੂੰ ਅੱਗੇ ਲਿਆ ਕੇ ਖੜੇ ਕਰੋ, ਤਾਂ ਕਿ ਇੱਕ ਬਜ਼ੁਰਗ ਮਹੱਲੇ ਦਾ ਆਵੇ, ਇੱਕ ਜੂਆ ਮੁੰਡਾ ਆਵੇ, ਉਹ ਜਾਵੇ ਰਿੰਕੂ ਦੇ ਘਰ, ਕਿਸੇ ਨੂੰ ਜਾਣ ਦੀ ਲੋੜ ਨਾ ਪਵੇ। ਕਿਸੇ ਦਾ ਰਾਸ਼ਨ ਕਾਰਡ ਆ, ਕਿਸੇ ਦਾ ਨੀਲਾ ਕਾਰਡ ਆ, ਸਿੰਦਰ ਕੌਰ ਮੈਡਮ ਤੇ ਬੈਠੇ ਹੀ ਹੈ, ਪਰ ਸਾਨੂੰ ਵੀ ਸੇਵਾ ਦਾ ਮੌਕਾ ਦਿਓ। ਜੇ ਅਸੀਂ ਇਹਨਾਂ ਲਈ ਵੋਟਾਂ ਮੰਗਣ ਆਏ ਆ ਤੇ ਕੰਮ ਕਰਾਉਣਾ ਵੀ ਸਾਡਾ ਫਰਜ਼ ਆ, ਤੁਹਾਡਾ ਕੰਮ ਕਰਾਉਣਾ ਵੀ ਸਾਡਾ ਫਰਜ਼ ਆ। ਕਿਉਂ ਫਰਜ਼ ਆ? ਅਸੀਂ ਜਾ ਕੇ ਇਹਨਾਂ ਲਈ ਅਪੀਲ ਕਰ ਰਹੇ ਆ ਕਿ ਸਾਡੇ ਰਿੰਕੂ ਨੂੰ ਜਿਤਾਓ, ਸਾਡੇ ਰਿੰਕੂ ਨੂੰ ਜਿਤਾਓ। ਤੇ ਸਾਡਾ ਵੀ ਫਰਜ਼ ਬਣਦਾ 5 ਸਾਲ ਕਿ ਅਸੀਂ ਰਿੰਕੂ ਦੇ ਕੰਮ ਕਰ ਰਹੇ ਆ। ਰਿੰਕੂ ਸਾਡੀ ਜਾਨ ਆ, ਪੰਜਾਂ ਦੀ ਸ਼ਾਨ ਆ। ਬਸ ਤੁਹਾਡੇ ਅੱਗੇ ਇਹੋ ਹੀ ਬੇਨਤੀ ਹੈ, ਇੱਕ ਵਾਰੀ ਉਹਨੂੰ ਦੁਬਾਰਾ ਮੌਕਾ ਦਿਓ, ਇਹ ਜਿੱਤ ਕੇ ਮੰਤਰੀ ਬਣ ਕੇ ਆਵੇ। 24 ਘੰਟੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਆ। ਸੋਨੂ ਜੈਨ, ਰਿਪਨ ਭਾਜੀ, ਸਾਡੇ ਸਾਰੇ ਜੈਨ, 24 ਘੰਟੇ ਸਾਡਾ ਦਫ਼ਤਰ ਰਿਪਨ ਪ੍ਰੋਪਰਟੀ ਡੀਲਰ ਦਾ ਖੁੱਲ੍ਹਾ। ਜਦੋਂ ਮਰਜ਼ੀ ਆ ਕੇ ਰਿੰਕੂ ਭਾਈ ਦੇ ਪੇਪਰ ਦਿਓ, ਸੈਨ ਮੈਂ ਕਰਾ ਕੇ ਦਾਂਗਾ। ਬਸ ਮੈਂ ਕਹਿੰਦਾ 20 ਤਰੀਕ ਨੂੰ ਮੇਰੇ ਇੱਕ ਵੋਟ ਮੇਰੇ ਰਿੰਕੂ ਭਾਈ ਭਰਾ ਦੇ ਨਿਸ਼ਾਨ ਤੇ ਲਾ ਦਿਓ, ਤਾਂ ਕਿ ਪਤਾ ਲੱਗੇ ਕਿ ਜਿਹੜਾ ਜਿੱਤ ਕੇ ਜਾਵੇ 20-25 ਹਜ਼ਾਰ ਦੀ ਨਹੀਂ, ਮੇਰੇ ਦਿਲੋਂ ਤਮੰਨਾ ਕਿ 50,000 ਦੀ ਲੀਡ ਨੂੰ ਕਰਕੇ ਦਈਏ, ਤਾਂ ਕਿ ਚੰਗੀ ਜੀ ਨੂੰ ਪਤਾ ਲੱਗੇ ਕਿ ਰਿੰਕੂ ਜਿਹੜਾ ਵੈਸਟ 'ਚ ਰੋਲਾ ਪਾਉਂਦਾ ਸੀ ਕਿ ਵਾਕਈ ਵੈਸਟ ਵਾਲਿਆਂ ਨੇ ਰਿੰਕੂ ਦੇ ਨਾਲ ਖੜੇ ਹੋ ਕੇ ਰਿੰਕੂ ਦਾ ਸਾਥ ਦਿੱਤਾ ਤੇ ਰਿੰਕੂ ਜਿਤਾਇਆ। ਜੈ ਹਿੰਦ, ਜੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅਯੂਬ ਖਾਨ ਜੀ ਸਾਡੇ ਵਿੱਚ ਪਹੁੰਚੇ ਨੇ, ਕਾਂਗਰਸੀ ਸੀਨੀਅਰ ਲੀਡਰ। ਅਸੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਉਹਨਾਂ ਅਸੀਂ ਬੇਨਤੀ ਕਰਦੇ ਹਾਂ ਅਯੂਬ ਖਾਨ ਜੀ ਅੱਗੇ 2 ਸ਼ਬਦ। ਅੱਜ ਦੇ ਮੁੱਖ ਮਹਿਮਾਨ ਹਲਕਾ ਵੈਸਟ ਦੇ ਐਮਐਲਏ ਸੁਸ਼ੀਲ ਕੁਮਾਰ ਰਿੰਕੂ ਜੀ, ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਜੀ ਤੇ ਚਾਚੀ ਜੀ ਆ ਸਾਡੇ, ਬਹੁਤ ਹੀ ਸਤਿਕਾਰਯੋਗ ਇਲਾਕਾ ਵਾਸੀਓ। ਬੇਨਤੀ ਗੱਲ ਹੈਗੀ ਆ ਕਿ ਦੇਖੋ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ, ਸਾਹਿਬ ਆ ਗਏ ਆ। ਬੇਨਤੀ ਹੈ ਕਿ ਜਿੰਨੀਆਂ ਪਾਰਟੀਆਂ ਆ, ਤੁਸੀਂ ਪੰਜਾਬੀ ਆ, ਜਿੰਨੀਆਂ ਪਾਰਟੀਆਂ ਸਾਰੀਆਂ ਧਰਮਾਂ ਦੇ ਨਾਮ ਤੇ, ਜਾਤ ਪਾਤ ਦੇ ਨਾਮ ਤੇ ਆਪਣੇ ਕੋਲ ਵੋਟਾਂ ਮੰਗਦੀਆਂ, ਪਰ ਅਸਲ ਤੇ ਗੱਲ ਇਹ ਆ ਕਿ ਤੁਸੀਂ ਕੰਮ ਦੇ ਨਾਮ ਤੇ, ਵਿਕਾਸ ਦੇ ਨਾਮ ਤੇ ਵੋਟ ਮੰਗੋ ਤੇ ਕੰਮ ਮਜ਼ਾ ਤਾਂ ਹੁੰਦਾ। ਲੋਕਾਂ ਨੇ ਵੋਟ ਦੇਖੋ ਧਰਮਾਂ ਦੇ ਨਾਮ ਤੇ ਨਹੀਂ ਦੇਣੀ, ਲੋਕਾਂ ਨੇ ਕੰਮ ਨੂੰ ਦੇਖਣਾ ਆ। ਕੰਮ ਦੇ ਵਿੱਚ ਅਗਰ ਤੁਸੀਂ ਦੇਖਿਆ ਜਾਂਦਾ ਤਾਂ ਸੁਸ਼ੀਲ ਕੁਮਾਰ ਰਿੰਕੂ ਜੀ ਨੰਬਰ 1 ਤੇ ਆ ਰਹੇ ਆ, ਇਹਦੇ ਵਿੱਚ ਦੋ ਰਾਏ ਨਹੀਂ ਹੈਗੀ। ਹੁਣ ਮੈਂ ਸਾਰਿਆਂ ਨੂੰ ਸਾਥੀਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇੱਕ ਵੋਟ ਜਿਹੜੀ ਆ, ਇੱਕ ਮੋਹਰ ਜਿਹੜੀ ਆ ਕਾਂਗਰਸ ਤੇ ਪੰਜੇ ਨਿਸ਼ਾਨ ਤੇ ਲਾਉਣੀ ਆ ਤੇ ਆਪ ਤੇ ਵੋਟ ਪਾਉਣੀ ਆ। ਆਪਣੇ ਸਾਥੀਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਮੁਹੱਲੇ ਵਾਸੀਆਂ ਨੂੰ ਤੁਸੀਂ ਇਹਨਾਂ ਨੂੰ ਪ੍ਰੇਰਿਤ ਕਰਨਾ ਆ ਕਿ ਆਪਾਂ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਕਿ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਪਾਉਣੀਆਂ ਆ ਤੇ ਭਾਰੀ ਬਹੁਮਤ ਨਾਲ ਜਿਤਾ ਕੇ ਇਹਨਾਂ ਨੂੰ ਵਿਧਾਨ ਸਭਾ ਵਿੱਚ ਭੇਜਣਾ ਆ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਕਰਦੇ ਹਾਂ ਪੰਜਾਬ ਸੈਕਟਰੀ ਸੁਰਿੰਦਰ ਚੌਧਰੀ ਸਾਹਿਬ ਜੀ ਅੱਗੇ 2 ਸ਼ਬਦ ਕਹਿਣ। ਸੁਰਿੰਦਰ ਚੌਧਰੀ बहुत ही सत्कारयोग इस हल्के तो कांग्रेस ਦੇ ਉਮੀਦਵਾਰ ਔਰ ਉਹਨਾਂ ਦੇ ਨਾਲ ਬੈਠੇ ਸਾਡੇ ਭੈਣ ਜੀ ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਸੁਰਿੰਦਰ ਕੌਰ ਜੀ और सारे मेरे बहुत ही सत्कार तो साथी साथे और सामने बैठे मेरे माताओं बहनों भरावों, अज आप सारे
ਸ਼ਹੀਦ ਰਿੰਕੂ ਜੀ ਦੇ ਹੱਕ ਵਿੱਚ ਮੀਟਿੰਗ ਜਿਹੜੀ ਆਪਾਂ ਕਰ ਰਹੇ ਹਾਂ। ਇੱਕ ਗੱਲ ਕਹਿਣੀ ਚਾਹੁੰਦਾ ਕਿ ਅੱਜ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਸਾਡੇ ਹੱਥ ਵਿੱਚ ਹੈ। ਅੱਜ ਦਿੱਲੀ ਦਾ ਇੱਕ ਮਿੰਟ ਅੱਜ ਦਿੱਲੀ ਦੀ ਜਿਹੜੀ ਸਰਕਾਰ ਦਾ ਪਟਿਆ ਅਰਵਿੰਦ ਕੇਜਰੀਵਾਲ ਜੀ ਅੱਜ ਉਹਦੀ ਪੰਜਾਬ ਦੇ ਉੱਤੇ ਨਜ਼ਰ ਹੈ। ਬੜੀ ਗੰਭੀਰ ਸਮੱਸਿਆ ਮੇਰੇ ਸਾਥੀਓ, ਆਪਾਂ ਇਹਨੂੰ ਹੱਥ ਵਿੱਚ ਨਹੀਂ ਲੈਣਾ ਕਿਉਂਕਿ ਸਾਡੀ ਇੱਕ ਇੱਕ ਵੋਟ ਦਾ ਜਿਹੜਾ ਮੁੱਲ ਹੈ। ਪੰਜਾਬ ਸੂਬਾ ਸਾਡਾ ਸਾਰੇ ਹਿੰਦੁਸਤਾਨ ਦੇ ਇੱਕ ਨੰਬਰ ਦਾ ਸੂਬਾ ਹੈ। ਔਰ ਤੁਸੀਂ ਸੋਚੋ ਕਿ ਪੰਜਾਬ ਦੇ ਕੋਲ ਕੋਈ ਸਾਡੇ ਚਿਹਰੇ ਨਹੀਂ ਹੈ। ਜਿਹੜਾ ਕੇਜਰੀਵਾਲ ਆਰਐਸਐਸ ਦਾ ਜਿਹੜਾ ਕੈਡਰ ਬੇਸ ਜਿਹੜਾ ਰਿਹਾ ਆਰਐਸਐਸ ਦਾ, ਉਹ ਅੱਜ ਉਹਨੂੰ ਪੰਜਾਬ ਦੇ ਉੱਤੇ ਨਜ਼ਰ ਰੱਖੀ ਹੋਈ ਹੈ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ, ਪੰਜ ਦਰਿਆਵਾਂ ਦਾ ਪੰਜਾਬ ਜਿਹੜਾ ਅੱਜ ਉਹਦੀ ਰਾਖੀ ਅਸੀਂ ਲੋਕਾਂ ਨੇ ਕਰਨੀ ਹੈ। ਔਰ ਸਾਡੀ ਇੱਕ ਇੱਕ ਵੋਟ ਜਿਹੜੀ ਹੈ ਉਹ ਸੁਸ਼ੀਲ ਰਿੰਕੂ ਜੀ ਨੂੰ ਆਪਾਂ ਪੰਜੇ ਦੇ ਨਿਸ਼ਾਨ ਤੇ ਪਾ ਕੇ ਉਹਨਾਂ ਨੂੰ ਐਮਐਲਏ ਬਣਾਉਣਾ। ਔਰ ਤੁਸੀਂ ਜਾਣਦੇ ਹੋ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਸਧਾਰਨ ਪਰਿਵਾਰ ਤੋਂ ਜਿਹੜਾ ਕਦੀ ਜਾਤ ਪਾਤ ਦੀ ਗੱਲ ਨਹੀਂ ਕਰਦਾ, ਉਹਨਾਂ ਵਾਸਤੇ ਸਾਰੇ ਸਮਾਜ ਜਿਹੜੇ ਸਿਰ ਮੱਥੇ ਤੇ ਨੇ। ਸੋ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ, ਜਿੰਨੀਆਂ ਰਾਤਾਂ ਉਹਨਾਂ ਨੂੰ ਜਲਦੀਆਂ ਤੁਸੀਂ ਸਾਰੇ ਜਾਣਦੇ ਹੋ, ਔਰ ਜਿੰਨੀ ਮਹਿੰਗਾਈ ਮੋਦੀ ਸਰਕਾਰ ਨੇ ਕੀਤੀ ਉਹ ਵੀ ਤੁਸੀਂ ਜਾਣਦੇ ਹੋ। ਕਦੀ ਸੋਚਿਆ ਸੀ ਸਰੋਂ ਦਾ ਤੇਲ 200 ਰੁਪਏ ਕਿਲੋ ਵਿਕੂਗਾ? ਸੋ ਮੈਂ ਇਸ ਕਰਕੇ ਬੇਨਤੀਆਂ ਕਰ ਰਿਹਾ ਕਿ ਅਗਰ ਭੁਲੇਖੇ ਨਾਲ ਕਿਤੇ ਕੇਜਰੀਵਾਲ ਦੀ ਆ ਟੀਮ ਜਿਹੜੀ ਤੁਰੀ ਫਿਰਦੀ ਹੈ, ਇਹਨਾਂ ਨੂੰ ਤੁਸੀਂ ਵੋਟਾਂ ਪਾਤੀਆਂ ਤੇ ਫਿਰ ਕਹਿੰਦੇ ਹੁੰਦੇ ਆ ਸਿਆਣੇ ਕਿ ਹੱਥ ਨਾਲ ਕੱਟਾਂ ਮਾਰੀਆਂ ਦੰਦ ਨਾਲ ਖੋਲ੍ਹਣੀਆਂ ਪੈਂਦੀਆਂ। ਸੋ ਮੈਂ ਇਸੇ ਕਰਕੇ ਤੁਹਾਨੂੰ ਬਾਰ-ਬਾਰ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਆਪਾਂ ਆਪਣੀ ਵੋਟ ਜਾਇਆ ਨਹੀਂ ਕਰਨੀ। ਆ ਤੁਹਾਡੇ ਬੈਠੇ ਰਖਵਾਲੇ ਸਾਡੇ ਭੈਣ ਜੀ ਔਰ ਰਿੰਕੂ ਸਾਹਿਬ, ਪੰਜਾਬ ਦੇ ਅੰਦਰ ਇਹ ਗੱਲ ਬੜੀ ਮਸ਼ਹੂਰ ਹੋਈ ਆ ਵੀ ਘਰ ਘਰ ਚੱਲਦੀ ਗੱਲ ਚੰਨੀ ਕਰਦਾ ਮਸਲੇ ਹੱਲ। ਮੈਂ ਕਹਿੰਦਾ ਵੀ ਸਾਡਾ ਸੁਸ਼ੀਲ ਰਿੰਕੂ ਮਸਲੇ ਹੱਲ ਕਰਦਾ। 130 ਵੋਟ ਇੱਥੇ ਵਜ਼ੀਰ ਰਹੇ 10 ਸਾਲ ਭਗਤ ਚੂੜੀ ਲਾਲ ਜੀ, ਔਰ ਮਹਿਕਮਾ ਦੀ ਲੋਕਲ ਬੋਡੀ ਦਾ ਉਹਨਾਂ ਨੇ ਆਪਣੀ ਕਾਰ ਜਿਹੜੀ ਪਾਣੀ 'ਚ ਫਸ ਗਈ ਸੀਗੀ, ਟਰੈਕਟਰ ਲਾ ਕੇ ਕਾਰ ਕੱਢੀ ਸੀ। ਔਰ ਸੁਸ਼ੀਲ ਰਿੰਕੂ ਜੀ ਨੇ 21 ਕਰੋੜ ਰੁਪਏ ਦਾ ਪ੍ਰੋਜੈਕਟ 120 ਫੁੱਟੀ ਤੇ ਲਿਆ ਕੇ ਅੱਜ ਉਹਦੇ ਪਾਣੀ ਦੀ ਨਿਜਾਤ ਜਿਹੜੀ ਉਹ ਕਰਾਈ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸੁਸ਼ੀਲ ਰਿੰਕੂ ਇਹਦੀ ਮਿਹਨਤ ਕਰ ਰਿਹਾ ਹੈ ਔਰ ਨੌਜਵਾਨ ਸਾਥੀ ਹੈ ਔਰ ਕੰਮ ਕਰਨ ਦਾ ਜਜ਼ਬਾ ਹੈ, ਅਸੀਂ ਉਹਨੂੰ ਦੁਬਾਰਾ ਮੌਕਾ ਦਈਏ ਤਾਂ ਜੋ ਚੰਨੀ ਸਾਹਿਬ ਇਹਨਾਂ ਨੂੰ ਮਿਨਿਸਟਰ ਬਣਾ ਕੇ ਫਿਰ ਸੇਵਾ ਕਰਨ ਦਾ ਮੌਕਾ ਦੇਣ। ਸੋ ਸਾਥੀਓ, ਮੇਰਾ ਇੱਕੋ ਹੀ ਕਹਿਣ ਦਾ ਭਾਵ ਆ ਕਿ ਅਸੀਂ ਆਪਣੀ ਪਗੜੀ ਕਿਸੇ ਦੂਜੇ ਦੇ ਸਿਰ ਤੇ ਨਹੀਂ ਰੱਖਣੀ। ਅਸੀਂ ਆਪਣੀ ਪਗੜੀ ਜਿਹੜੀ ਸਾਡਾ ਹੀਰਾ ਚਰਨਜੀਤ ਸਿੰਘ ਚੰਨੀ ਹੈ ਉਹਦੇ ਸਿਰ ਤੇ ਸਜਾਉਣੀ ਹੈ। ਔਰ ਸੁਸ਼ੀਲ ਰਿੰਕੂ ਜੀ ਨੂੰ ਇਸ ਹਲਕੇ ਦਾ ਇਤਿਹਾਸ ਹੈ, ਭੈਣ ਜੀ ਜਾਣਦੇ ਨੇ ਸੁਰਿੰਦਰ ਕੌਰ ਜੀ, ਕਿ ਜਿਹੜਾ ਦੂਸਰੀ ਵਾਰੀ ਐਮਐਲਏ ਬਣਦਾ ਹੈ ਇਸ ਹਲਕੇ ਤੋਂ ਉਹ ਮੰਤਰੀ ਜ਼ਰੂਰ ਬਣਦਾ ਹੈ। ਸੋ ਚੰਨੀ ਸਾਹਿਬ ਨੇ ਆਪਾਂ ਇਹਨਾਂ ਦੇ ਕੈਬਨਿਟ ਤੇ ਲਿਆਉਣਾ, ਚੰਨੀ ਸਾਹਿਬ ਜੀ ਦੇ। ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ। ਬਹੁਤ ਬਹੁਤ ਧੰਨਵਾਦ। ਜੈ ਹਿੰਦ, ਜੈ ਭਾਰਤ। ਇਹ ਸੀ ਸਾਡੇ ਬਹੁਤ ਹੀ ਆਦਰਣੀय ਸੁਰਿੰਦਰ ਚੌਧਰੀ ਜੀ ਆਪਣੇ ਵਿਚਾਰ ਸਾਹਮਣੇ ਰੱਖੇ। ਸੋ ਹੁਣ ਮੈਂ ਰਿੰਕੂ ਭਾਈ ਦਾ ਕਹਿਣਾ, ਮੈਂ ਬੇਨਤੀ ਕਰਾਂਗਾ ਸਾਡੇ ਵਾਰਡ ਦੇ ਸੀਨੀਅਰ ਡਿਪਟੀ ਮੇਅਰ ਸ਼੍ਰੀ ਸੁਰਿੰਦਰ ਕੌਰ ਜੀ ਵੀ ਆਪਣੇ ਵਿਚਾਰ ਨੂੰ ਤੁਹਾਡੇ ਅੱਗੇ ਰੱਖਣ। मंच के विराजमान हल्का जलंधर वेस्ट तो कांग्रेस पार्टी के उम्मीदवार सुशील कुमार रिंकू जी, उन्होंने नाल बैठी समूची लीडरशिप ਅਤੇ सामने बैठे कांग्रेसी भैनों के भरा, ये जो प्रोग्राम का आयोजन किया ये न्यू मॉडल हाउस डिवेलपमेंट सोसाइटी वालों बहुत चंगा ਤੇ बहुत ਵਧੀਆ ਉਪਰਾਲਾ ਕੀਤਾ ਗਿਆ। ਔਰ ਇੱਥੇ ਹਰ ਸਾਲ ਹੀ ਜਦੋਂ ਇਲੈਕਸ਼ਨ ਹੁੰਦੇ, ਇਲੈਕਸ਼ਨ ਵਾਲੇ ਸਾਲ ਇੱਥੇ ਹੀ ਮੀਟਿੰਗ ਹੁੰਦੀ ਆ ਔਰ ਉਸ ਮੀਟਿੰਗ ਦਾ ਜਿਹੜਾ ਨਤੀਜਾ ਬਹੁਤ ਵਧੀਆ ਨਿਕਲਦਾ। ਜਦੋਂ ਵੀ ਇੱਥੇ ਮੀਟਿੰਗ ਹੋਈ ਆ, ਜਿਸ ਕੈਂਡੀਡੇਟ ਲਈ ਕੀਤੀ ਆ ਉਹ ਕੈਂਡੀਡੇਟ ਇੱਥੋਂ ਜਿੱਤ ਕੇ ਗਿਆ। ਇਸ ਗੱਲ ਦੀ ਆਪ ਸਭ ਨੂੰ ਬਹੁਤ ਬਹੁਤ ਵਧਾਈ ਹੈ। ਰਿੰਕੂ ਇਹ ਜਿਹੜਾ
ਏਰੀਆ ਨਰੋਲ ਕਾਂਗਰਸੀ ਏਰੀਆ। ਇੱਥੇ ਸ਼ਹੀਦ ਦਰਸ਼ਨ ਸਿੰਘ KP ਦੇ ਨਾਂ ਤੇ ਪਾਰਕ ਬਣਾਇਆ ਸੀ ਚੌਧਰੀ ਰਾਮ ਆਸਰਾ ਜੀ ਨੇ। ਤੇ ਇਹ ਪਾਰਕ ਜਿਹੜਾ ਇਹਦੀ ਡਿਵੈਲਪਮੈਂਟ ਵੀ ਹੁਣ ਜੋਰਾਂ ਸ਼ੋਰਾਂ ਨਾਲ ਹੋ ਰਹੀ ਹੈ। ਥੋੜਾ ਜਿਹਾ ਝਗੜਾ ਸੀਗਾ, ਇਹਦਾ ਨਿਪਟਿਆ ਤੇ ਹੁਣ ਬਹੁਤ ਵਧੀਆ। ਜਿੱਥੇ ਇਹ ਪਾਰਕ ਦੀਆਂ ਸਾਈਡਾਂ ਸੂਡਾਂ ਵਧੀਆ ਹੋ ਗਈਆਂ, ਉੱਥੇ ਆਪਸੀ ਜਿਹੜਾ ਭਾਈਚਾਰਾ ਪਿਆਰ ਆ KP ਪਾਰਕ ਦੇ ਲੋਕਾਂ ਦਾ ਇਸ ਨਿਊ ਮਾਡਲ ਹਾਊਸ ਦੇ ਮੇਰੇ ਸਾਰੇ ਭੈਣ ਭਰਾਵਾਂ ਦਾ ਵਧਿਆ। ਤੇ ਬਾਕੀ ਵੋਟਾਂ ਦੀ ਇੱਥੋਂ ਚਿੰਤਾ ਕਰਨ ਦੀ ਲੋੜ ਨਹੀਂ। ਮੇਰਾ ਖਿਆਲ ਇੱਥੇ ਤੁਹਾਡਾ ਆ ਕੇ ਬਹਿਣਾ ਹੀ ਬਹੁਤ ਵਧੀਆ ਗੱਲ ਹੈ, ਕਿਉਂਕਿ ਆ ਕੇ ਮਿਲਣਾ ਬੜਾ ਜ਼ਰੂਰੀ ਹੁੰਦਾ। ਚਾਹੁੰਦੇ ਆ ਕੈਂਡੀਡੇਟ ਸਾਡੇ ਤੱਕ ਆਵੇ। ਬਾਕੀ ਸੁਸ਼ੀਲ ਰਿੰਕੂ ਨੂੰ ਤੁਸੀਂ ਜਾਣਦੇ ਹੋ, ਪਿਛਲੇ 5 ਸਾਲ ਆਪਣਾ MLA ਰਿਹਾ ਵੈਸਟ ਦਾ, ਔਰ ਚੌਧਰੀ ਰਾਮ ਆਸਰਾ ਜੀ ਦੇ ਪਰਿਵਾਰ ਨੂੰ ਵੀ ਤੁਸੀਂ ਜਾਣਦੇ ਹੋ। ਬੜੇ ਲੰਬੇ ਅਰਸੇ ਤੋਂ ਇਹ ਦੋਨੇ ਹੀ ਪਰਿਵਾਰ ਜਿਹੜੇ ਆ ਇਹ ਸੇਵਾ 'ਚ ਆ। ਮੇਰੇ ਹਸਬੈਂਡ ਸਵਰਗੀਆ ਚੌਧਰੀ ਰਾਮ ਆਸਰਾ ਜੀ ਤੇ ਰਿੰਕੂ ਦੇ ਡੈਡੀ ਭਾਜੀ ਰਾਮ ਲਾਲ ਜੀ, ਇਹਨਾਂ ਦੀ ਜੋੜੀ ਹੁੰਦੀ ਸੀ ਤੇ ਬੜਾ ਇਹਨਾਂ ਦਾ ਅਸਲ ਸਰੂਪ ਵੀ ਬੜਾ ਸੀ। ਤੇ ਇਹ ਦੋਨੇ ਪਰਿਵਾਰ ਜਿਹੜੇ ਸੇਵਾ 'ਚ ਲੱਗੇ ਆ ਤੇ ਉਸ ਦਾ ਜਿਹੜਾ ਕ੍ਰੈਡਿਟ ਆ ਉਹ ਵੀ ਮਿਲਦਾ। ਸੇਵਾ ਦਾ ਜਿਹੜਾ ਕ੍ਰੈਡਿਟ ਆ ਤੁਸੀਂ ਕੋਈ ਬਕਾਇਆ ਨਹੀਂ ਰੱਖਦੇ, ਉਹ ਜਦੋਂ ਵੀ ਇਲੈਕਸ਼ਨ ਹੁੰਦਾ ਤੁਸੀਂ ਉਹ ਝੋਲੀਆਂ ਭਰ ਦਿੰਦੇ। ਇਹ ਇੱਕ ਵੋਟ ਜਿਹੜੀ 20 ਤਰੀਕ ਨੂੰ ਪਾ ਕੇ ਆਪਾਂ ਰਿੰਕੂ ਨੂੰ ਜਿਤਾਉਣਾ ਹੈ। ਆਪਾਂ MLA ਬਣਾਉਣਾ ਤੇ ਅੱਗੋਂ ਪਤਾ ਨਹੀਂ ਪਾਰਟੀ ਮੰਤਰੀ ਬਣਾ ਦੇ। ਅਸੀਂ ਆਪਣਾ ਫਰਜ਼ ਪੂਰਾ ਕਰਨਾ। ਜਿਹੜੀ 111 ਦਿਨਾਂ ਦੀ ਪਰਫਾਰਮੈਂਸ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਦੀ ਤੁਸੀਂ ਦੇਖੀ, ਉਹਦੇ 'ਚ ਉਹਨਾਂ ਨੇ ਹਰ ਵਰਗ ਦਾ ਧਿਆਨ ਰੱਖਿਆ, ਹਰ ਧਰਮ ਦੇ ਲੋਕਾਂ ਦਾ, ਕੋਈ ਜਾਤ ਪਾਤ ਦੀ ਗੱਲ ਨਹੀਂ ਸੀ। ਉਹਨਾਂ ਨੇ ਇੱਕ ਉਹਨਾਂ ਲੋਕਾਂ ਨੂੰ ਫਾਇਦਾ ਪਹੁੰਚਾਇਆ ਜਿਹੜੇ ਉਸ ਫਾਇਦਾ ਪਹੁੰਚਾਉਣ ਦੇ ਹੱਕਦਾਰ ਸੀ, ਉਸ ਫਾਇਦਾ ਲੈਣ ਦੇ ਹੱਕਦਾਰ ਸੀ। ਚਾਹੇ ਉਹ ਬਿਜਲੀ ਦੇ ਬਿੱਲ ਦੇਖ ਲਓ, ਪਾਣੀ ਦੇ ਬਿੱਲ ਦੇਖ ਲਓ, ਆਪਣੀ ਪੈਨਸ਼ਨ ਜਿਹੜੀ ਆ ਉਹ 1500 ਕੀਤੀ 750 ਤੋਂ, ਸ਼ਗਨ ਸਕੀਮ ਜਿਹੜੀ ਆ ਉਹ 51,000 ਕੀਤੀ, 10 ਰੁਪਏ ਜਿਹੜਾ ਪੈਟਰੋਲ ਦਾ ਦਾਮ ਘਟਾਇਆ, 5 ਰੁਪਏ ਜਿਹੜਾ ਉਹ ਡੀਜ਼ਲ ਦਾ ਦਾਮ ਘਟਾਇਆ। ਹੋਰ ਵੀ ਅਨੇਕਾਂ ਹੀ ਕੰਮ ਆ। ਤੁਸੀਂ ਸਾਰੇ ਨਿਊਜ਼ਪੇਪਰ ਪੜ੍ਹਦੇ ਆ ਔਰ ਤੁਹਾਨੂੰ ਇੱਕ ਗੱਲ ਯਾਦ ਹੋਣੀ ਹੈ, ਜੇ ਉਹ 111 ਦਿਨਾਂ ਦੇ ਵਿੱਚ ਇੰਨੇ ਕੰਮ ਕਰ ਸਕਦੇ ਆ, ਜੇ ਉਹਨਾਂ ਨੂੰ ਪੂਰੇ 5 ਸਾਲ ਮਿਲ ਜਾਣ, ਉਹਨਾਂ ਦੀ ਅਗਵਾਈ 'ਚ ਸਰਕਾਰ ਜਿਹੜੀ ਬਣੇ, ਉਹਨਾਂ ਦੀ ਅਗਵਾਈ 'ਚ ਸਾਰੇ MLA ਕੰਮ ਕਰਨ ਤਾਂ ਕਿੰਨਾ ਫਾਇਦਾ ਹੋਵੇ। ਇਸ ਕਰਕੇ ਆਪਾਂ ਧਈਆ ਕਰ ਲਈਏ ਕਿ ਆਪਾਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਈਏ, ਤਾਂ ਕਿ ਉਹਨਾਂ ਦੀ ਜਿਹੜੀ ਅਗਵਾਈ ਵਾਲੀ ਸਰਕਾਰ ਆ ਉਹ 5 ਸਾਲ ਆਪਾਂ ਜਿਹੜੇ ਉਹਨਾਂ ਦੇ ਮਨ 'ਚ ਸੀਗੇ, ਉਹਨਾਂ ਦੇ ਮਨ 'ਚ ਸੱਧਰਾਂ ਸੀਗੀਆਂ ਵੀ ਮੈਂ ਆਪਣੇ ਪੰਜਾਬ ਦੇ ਲੋਕਾਂ ਲਈ ਇਹ ਕੰਮ ਕਰਨੇ ਸੀ, ਉਹ ਸਾਰੇ ਜਿਹੜੇ ਆ ਕੰਮ ਕਰਨ ਤੇ ਅਸੀਂ ਉਹਨਾਂ ਦਾ ਜਿਹੜਾ ਫਾਇਦਾ ਲਈਏ, ਸਾਰਾ ਪੰਜਾਬ ਦਾ ਵਿਕਾਸ ਕਰਾਈਏ। ਔਰ ਹੋਰ ਵੀ ਛੋਟੇ ਮੋਟੇ ਬੜੇ ਕੰਮ ਹੁੰਦੇ ਆ। ਜੇ ਆਪਾਂ ਆਪਣੀ ਨਗਰ ਨਿਗਮ ਦੀ ਗੱਲ ਕਰੀਏ, ਉੱਥੇ ਮੇਰੀ ਡਿਊਟੀ ਤੁਸੀਂ ਲਗਾਈ ਆ ਔਰ ਬੜੇ ਸਾਲਾਂ ਤੋਂ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੰਦੇ ਹੋ। ਪਹਿਲਾਂ ਮੇਰੇ ਪਤੀ ਸਵਰਗੀਆ ਚੌਧਰੀ ਰਾਮ ਆਸਰਾ ਜੀ ਸੀ, ਉਹ ਵੀ ਸੇਵਾ ਕਰਦੇ ਰਹੇ। ਉਹਨਾਂ ਤੋਂ ਬਾਅਦ ਤੁਸੀਂ ਲਗਾਤਾਰ ਮੈਨੂੰ ਸੇਵਾ ਦਾ ਮੌਕਾ ਦਿੰਦੇ ਹੋ। ਔਰ ਇਹ ਜਿਹੜੇ ਕੰਮ ਆ, ਮੇਰੇ ਹਸਬੈਂਡ ਕਹਿੰਦੇ ਹੁੰਦੇ ਸੀ ਇਹ ਕੰਮ ਮੂੰਹੋਂ ਬੋਲਦੇ ਹੁੰਦੇ ਆ। ਔਰ ਹੁਣੇ ਸੁਰਿੰਦਰ ਭਾਜੀ ਕਹਿੰਦੇ ਸੀ ਵੀ ਜਿੱਥੇ ਵੀ ਜਾਂਦੇ ਡਿਵੈਲਪਮੈਂਟ ਕੀਤੀ ਦਿਸਦੀ ਹੈ। ਤੇ ਮੈਂ ਕਦੀ ਵੀ ਕੋਈ ਕੰਮ ਜਦੋਂ ਕਰਾਉਣੀ ਆ ਵਿਕਾਸ ਦਾ, ਮੈਂ ਉਦਘਾਟਨ ਨਹੀਂ ਕਰਦੀ। ਮੈਨੂੰ ਆਪਣੇ ਪਤੀ ਦੀ ਗੱਲ ਯਾਦ ਹੈ, ਸਵਰਗਵਾਸੀ ਚੌਧਰੀ ਰਾਮ ਆਸਰਾ ਜੀ ਦੀ, ਵੀ ਜਿਹੜੇ ਕੰਮ ਹੈ ਨਾ ਇਹ ਮੂੰਹੋਂ ਬੋਲਦੇ ਹੁੰਦੇ। ਔਰ ਜਦੋਂ ਕੰਮ ਕਰਾਈਦੇ ਆ ਤੇ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੋਟਾਂ ਪਾਓ। ਫਿਰ ਵੀ ਕੈਂਡੀਡੇਟ ਦਾ ਤੁਹਾਡੇ ਤੱਕ ਆਉਣਾ ਵੀ ਜ਼ਰੂਰੀ ਹੈ ਔਰ ਤੁਹਾਨੂੰ ਅਪੀਲ ਕਰਨੀ ਵੀ ਜ਼ਰੂਰੀ ਹੈ। ਸੋ ਅੱਜ ਤੁਹਾਨੂੰ ਮੈਂ ਅਪੀਲ ਕਰਨ ਆਈ ਹਾਂ, ਤੁਹਾਨੂੰ ਬੇਨਤੀ ਕਰਨ ਆਈ ਹਾਂ ਕਿ ਸਾਡੇ ਜਲੰਧਰ ਵੈਸਟ ਦੇ ਜਿਹੜੇ ਆਪਣੇ ਕੈਂਡੀਡੇਟ ਆ ਕਾਂਗਰਸ ਪਾਰਟੀ ਦੇ, ਜਿਨ੍ਹਾਂ ਨੇ 5 ਸਾਲ ਬਤੌਰ MLA ਸੇਵਾ ਕੀਤੀ ਹੈ ਔਰ ਤੁਸੀਂ ਉਹਨਾਂ ਦੇ ਕੰਮਾਂ ਤੋਂ ਵੀ ਜਾਣੋ। ਜੇ ਕੋਈ ਕੰਮ ਕਿਸੇ ਦਾ ਰਹਿ ਗਿਆ, ਅੱਗੇ ਫਿਰ ਆਪਾਂ ਮੌਕਾ ਦਈਏ ਤਾਂ ਕਿ ਉਹ ਸਾਰਿਆਂ ਦੇ ਜਿਹੜੇ ਕੰਮ ਉਹ ਪੂਰੇ ਕਰ ਸਕਣ ਔਰ ਆਪਾਂ ਇਹਨਾਂ ਨੂੰ ਜਿਤਾ ਕੇ MLA ਬਣਾ ਕੇ ਅਸੈਂਬਲੀ 'ਚ ਭੇਜੀਏ ਤਾਂ ਕਿ ਸਾਡੀ ਇਹ ਜਿਹੜੀ ਉੱਥੇ ਆਵਾਜ਼ ਨੂੰ ਬੁਲੰਦ ਕਰ ਸਕਣ। ਸਾਡੀ ਜਲੰਧਰ ਵੈਸਟ ਦੀ ਜਿਹੜੀ ਆਵਾਜ਼ ਆ ਅਸੈਂਬਲੀ 'ਚ ਗੂੰਜੇ, ਜਿੱਥੇ ਸਾਡੇ ਜਿਹੜੇ ਕੰਮ ਆ, ਸਾਡੇ ਹਲਕੇ ਦੀਆਂ ਜ਼ਰੂਰਤਾਂ, ਸਾਡੇ ਜਿਹੜੇ ਵੱਡੇ ਪ੍ਰੋਜੈਕਟ ਆ, ਸਾਡੇ ਜਲੰਧਰ, ਮੈਂ ਜਲੰਧਰ ਵੈਸਟ ਦੀ ਗੱਲ ਨਹੀਂ ਕਰੂੰਗੀ, ਮੈਂ ਪੂਰੇ ਜਲੰਧਰ ਦੀ ਗੱਲ ਕਰੂੰਗੀ, ਕਿਉਂਕਿ ਇੱਕ MLA ਆਪਣੇ ਜਲੰਧਰ ਲਈ ਕੋਈ ਵੀ ਡਿਮਾਂਡ ਕਰ ਸਕਦਾ। ਇਸ ਕਰਕੇ ਵੱਡੇ ਵੱਡੇ ਪ੍ਰੋਜੈਕਟ ਹੋਰ ਵੀ ਰਿੰਕੂ ਲੈ ਕੇ ਆਏਗਾ।
ਜਿਸ ਤਰ੍ਹਾਂ ਕਾਲਜ ਬਣਾਇਆ, ਸਤਿਗੁਰੂ ਕਬੀਰ ਸਾਹਿਬ ਦਾ ਜਿਹੜਾ ਮੰਦਿਰ ਹੈ ਉਹਦਾ ਨੀਂਹ ਪੱਥਰ ਰੱਖਿਆ, ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਿਹੜਾ 120 ਫੁੱਟੀ ਰੋਡ ਤੇ ਬਣਾਇਆ, ਹੋਰ ਬੜੇ ਜਿੱਦਾਂ ਇੱਕ ਸਕੂਲ ਵੀ ਬਣਾਇਆ, ਸਮਾਰਟ ਜਿਹੜਾ ਸਕੂਲ ਹੈ, ਬੜੇ ਕੰਮ ਹੈ। 120 ਫੁੱਟੀ ਰੋਡ ਦੇ 21 ਕਰੋੜ ਦਾ ਜਿਹੜਾ ਕੰਮ ਹੈ ਉਹ ਵਾਟਰ ਸਪਲਾਈ ਦਾ, ਸੀਵਰੇਜ ਦਾ ਜਿਹੜਾ ਵਾਟਰ ਸਪਲਾਈ ਦਾ 24 ਆਵਰਸ ਜਿਹੜਾ ਉਹ ਵੀ ਕੰਮ ਜਿਹੜਾ ਇਨ ਪ੍ਰੋਗਰੈਸ ਹੈਗਾ ਕਿ ਸਾਡੇ ਘਰਾਂ 'ਚ ਜਿਹੜਾ 24 ਘੰਟੇ ਵਾਟਰ ਸਪਲਾਈ ਜਿਹੜੀ ਰਹੇਗੀ, ਉਹ ਵੀ ਕੰਮ ਜਿਹੜਾ ਇਹ ਪ੍ਰੋਗਰੈਸ ਦੇ ਵਿੱਚ ਹੈਗਾ। ਔਰ ਬਹੁਤ ਸਾਰੇ ਅਣਗਿਣਤ ਕੰਮ ਹੈ। LED ਲਾਈਟਾਂ ਦਾ ਪ੍ਰੋਜੈਕਟ ਦੇਖ ਲਓ, ਇਹ ਵੀ ਬੜਾ ਵੱਡਾ ਸੀਗਾ। ਔਰ ਬਹੁਤ ਸਾਰੇ ਕੰਮ ਜਿਹੜੇ ਸ਼ੁਰੂ ਹੋ ਗਏ ਆ, ਅਜੇ ਅੰਡਰ ਪ੍ਰੋਗਰੈਸ ਹੈ। ਬਹੁਤ ਸਾਰੇ ਕੰਮ ਜਿਹੜੇ ਆ ਉਹ ਅਜੇ ਸ਼ੁਰੂ ਹੋਣੇ ਆ। ਤੇ ਮਤਲਬ ਤੁਹਾਨੂੰ ਇਹ ਜਿਹੜਾ ਸਮਾਰਟ ਸਿਟੀ ਹੈ ਨਾ ਜਲੰਧਰ, ਇਹ ਬਣ ਕੇ ਰਹੇਗਾ। ਜਿੰਨੇ ਕੁ ਪ੍ਰੋਜੈਕਟ ਸ਼ੁਰੂ ਹੋਏ ਆ ਅਜੇ ਉਹ ਦਿਖਦੇ ਨਹੀਂ ਪਏ। ਜਿਸ ਤਰ੍ਹਾਂ ਵਾਟਰ ਸਪਲਾਈ ਦਾ ਜਿਹੜਾ ਕੰਮ ਹੈ ਉਹ ਵੀ ਪਾਈਪਾਂ ਜ਼ਮੀਨ 'ਚ ਦੱਬੀਆਂ ਗਈਆਂ। ਸੀਵਰੇਜ ਦਾ ਜਿਹੜਾ ਕੰਮ ਆ ਉਹ ਵੀ 21 ਕਰੋੜ ਦਾ ਜਿਹੜਾ ਰਿੰਕੂ ਹੁਣਾਂ ਨੇ ਕਰਾਇਆ। ਔਰ ਸਾਰੇ ਇਹ ਤਾਂ ਹੈਗਾ ਆਪਣੇ ਵੈਸਟ ਹਲਕੇ ਦਾ, ਔਰ ਸਾਰੇ ਜਲੰਧਰ ਦੇ ਵਿੱਚ ਸਾਡੇ ਸਾਰੇ ਵਿਧਾਇਕਾਂ ਨੇ ਦਿਲ ਖੋਲ ਕੇ ਜਿਹੜੇ ਫੰਡ ਲਏ ਆ ਔਰ ਵਿਕਾਸ ਤੇ ਉਹ ਲੱਗਦੇ ਪਏ ਆ। ਔਰ ਇਹ ਹੁਣ ਅਗਲੇ 5 ਸਾਲਾਂ ਦੇ ਵਿੱਚ ਤੁਹਾਨੂੰ ਸਾਰੇ ਇਹ ਨਜ਼ਰ ਆਉਣਗੇ ਜਿੰਨੀ ਡਿਵੈਲਪਮੈਂਟ ਹੋਈ ਹੈ। ਔਰ ਤੁਸੀਂ ਵੱਧ ਤੋਂ ਵੱਧ ਜਿਹੜੀਆਂ 20 ਤਰੀਕ ਨੂੰ ਇਲੈਕਸ਼ਨ ਆ, ਵੋਟਾਂ ਕਾਂਗਰਸ ਦੇ ਨਿਸ਼ਾਨ ਤੇ ਪਾ ਕੇ ਆਪਣੀ ਸਰਕਾਰ ਦੁਆਰਾ ਬਣਾਈਏ, ਆਪਣੇ MLA ਸਾਰੇ ਜਿਤਾਈਏ, ਵੱਧ ਤੋਂ ਵੱਧ ਸੀਟਾਂ ਹੋਣ ਤਾਂ ਕਿ ਸਾਡੀ ਸਰਕਾਰ ਜਿੱਤੇ। ਔਰ ਸਾਡਾ ਜਿਹੜਾ ਰਿੰਕੂ ਆ ਇਹ ਅਸੈਂਬਲੀ 'ਚ ਜਾਵੇ ਤੇ ਅੱਗੇ ਇਹਨੂੰ ਹਾਈ ਕਮਾਂਡ ਜਿਹੜਾ ਮੰਤਰੀ ਦਾ ਪਦ ਦੇਵੇ। ਆਪਾਂ ਫਿਰ ਮੈਂ ਤੁਹਾਨੂੰ ਬਹੁਤ ਅਪੀਲ ਕਰਦੀ ਹਾਂ, ਹੱਥ ਜੋੜ ਕੇ ਸਾਰਿਆਂ ਨੂੰ ਕਹਿੰਦੀ ਹਾਂ ਕਿ ਆਪਾਂ ਰਿੰਕੂ ਨੂੰ ਵੱਧ ਤੋਂ ਵੱਧ ਜਿਹੜਾ ਵੋਟਾਂ ਦੇ ਨਾਲ ਜਿਤਾਈਏ। ਜਿੰਨੀ ਜ਼ਿਆਦਾ ਲੀਡ ਹੋਗੀ ਉਨੀ ਉੱਚਾ ਜਿਹੜਾ ਅਹੁਦਾ ਮਿਲੇਗਾ। ਔਰ ਮੰਤਰੀ ਪਦ ਕੋਈ ਬਹੁਤ ਦੂਰ ਨਹੀਂ ਹੈਗਾ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਡਮ ਸੁਰਿੰਦਰ ਕੌਰ, ਸੁਸ਼ੀਲ ਕੁਮਾਰ ਰਿੰਕੂ। ਇੱਕ ਮਿੰਟ, ਕੋਈ ਸੇਵਾ ਕੇਂਦਰ ਖੋਲਿਆ ਸਾਡੇ ਇੱਥੇ ਨਿਊ ਮਾਡਲ ਹਾਊਸ ਦੇ ਵਿੱਚ? ਰਿੰਕੂ ਜੀ ਮੈਂ ਤੁਹਾਡੇ ਨੂੰ ਤੁਹਾਨੂੰ ਕੋਈ ਬੁੱਢਿਆਂ ਵਾਸਤੇ ਹੈਲਪ ਕੇਂਦਰ ਖੋਲਿਆ? ਸੌਰੀ ਟੂ ਸੇ only single question। मैं भैन जी तो बहुत खुश है, शी इज नाइस, पर ये काम जेड़ा ये काम बड़े बंदे का है, जे नहीं खोलिया कोई नोट कर नहीं। बहुत ही सत्कारयोग मंच ते विराजमान साडे जलंधर के सीनियर डिप्टी मेयर सुरिंदर कौर जी, सुरिंदर चौधरी जी, मेरे वीर यश वर्मा जी, प्रवीण जैन जी, और अज की इस मीटिंग का अरेंजमेंट करने वाले मेरे वीर संजीव जैन जी, रिपन जी, सैगल जी और उन्होंने समुची टीम। अज इलैक्शन का समा और असी तुहाडे दरबार दे विच अपने पिछले 5 साल के कीते हुए जिहड़े साडी सरकार दे काम है और जां साडे तो पहलां जिहड़ियां सरकारां रहीआं उहदे बारे अज तुहाडे दरबार दे विच हाज़र होए हैं। मेरा ख्याल है कि जिन्नी रिकॉर्ड तो डिवेलपमेंट इस टन्योर दे विच हुई है, हर एक वार्ड दे विच करोड़ां रुपये के काम होए हैं। और खास करके क्योंकि मेरे हल्के नूं नगर निगम दे विच बड़ा मान प्राप्त रहा कि मेरी माता समान साडे सुरिंदर कौर जी, जिन्हां नूं कांग्रेस ने बतौर डिप्टी मेयर बनाया, जिथे उन्होंने आप दे हल्के की डिवेलपमेंट करवाई, उत्थे नाल ही नाल पूरे शहर की जिहड़ी डिवेलपमेंट है उहदे विच एक बहुत बड़ा रोल, बहुत अहम रोल है जिहड़ा अदा किया। इस एरिए का, इस वार्ड का कोई भी कोना इहो जिहा नहीं कि जिथे इस टन्योर दे विच काम ना होया होवे। सड़कां, पार्कां, लाइटां, हर चीज़ है जिहड़ी वो नगर निगम दे विचों साडे सीनियर डिप्टी मेयर साहब ने करवा के लियांदी। और इहदे नाल नाल गवर्नमेंट वालों जिहड़ियां पॉलिसियां बणियां उहदे विच भी बड़े वड्डे प्रोजैक्ट है जिहड़े साडे हल्के दे विच आए, जिहदे विच मेरे हल्के दे विच
ਇੱਕ ਡਿਗਰੀ ਕਾਲਜ ਬਣਿਆ। ਡਿਗਰੀ ਕਾਲਜ ਬਣਿਆ ਹੀ ਨਹੀਂ, ਬਣ ਕੇ ਸ਼ੁਰੂ ਵੀ ਹੋ ਗਿਆ। ਔਰ ਬੂਟਾ ਮੰਡੀ ਦਾ ਏਰੀਆ, ਚਾਰਾ ਮੰਡੀ ਦੇ ਵਿੱਚ 3 ਏਕੜ ਜਗ੍ਹਾ ਦੇ ਵਿੱਚ ਕਰੀਬ 13 ਕਰੋੜ ਰੁਪਏ ਦੀ ਲਾਗਤ ਦੇ ਨਾਲ, ਕਿਉਂਕਿ ਜਿਹੜਾ ਸਾਡਾ ਇਲਾਕਾ ਹੈ, ਜਿਸ ਏਰੀਏ 'ਚ ਅਸੀਂ ਬੈਠੇ ਹਾਂ, KP ਨਗਰ, ਨਿਊ ਮਾਡਲ ਹਾਊਸ ਜਾਂ ਬੂਟਾ ਮੰਡੀ ਦੇ ਨਾਲ ਲੱਗਦਾ ਜਿੰਨਾ ਏਰੀਆ, ਸਾਨੂੰ ਇਹ ਕਾਲਜ ਬਿਲਕੁਲ ਨਜ਼ਦੀਕ ਪੈਂਦਾ। ਔਰ ਸਾਡੇ ਬੱਚੇ ਆ ਜਿਹੜੇ ਜ਼ਰੂਰਤਮੰਦ ਪਰਿਵਾਰ ਦੇ ਹੀ ਨਹੀਂ, ਬਲਕਿ ਕੋਈ ਵੀ ਬੱਚਾ ਜਿਹੜਾ ਉੱਥੇ ਅੱਛੀ ਐਜੂਕੇਸ਼ਨ ਲੈ ਸਕਦਾ, ਕਿਉਂਕਿ ਉਹਦੇ ਵਿੱਚ 5-6 ਤਰ੍ਹਾਂ ਦੇ ਜਿਹੜੇ ਡਿਗਰੀ ਕੋਰਸਿਸ ਆ ਉਹ ਵੀ ਚੱਲ ਰਹੇ ਆ। ਇਸ ਤੋਂ ਇਲਾਵਾ ਸੀਵਰੇਜ ਦੇ ਵੱਡੇ ਕੰਮ ਹੈ, ਜਿਹੜੇ ਬਰਸਾਤੀ ਸੀਵਰੇਜ ਦੀ ਬੜੀ ਪ੍ਰੋਬਲਮ ਸੀ ਬਸਤੀਆਂ ਦੇ ਵਿੱਚ, ਉਹਦੇ ਲਈ 21 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ 120 ਫੁੱਟੀ ਰੋਡ ਔਰ ਨਾਲ ਲੱਗਦੀਆਂ ਬਸਤੀਆਂ ਦੇ ਵਿੱਚ ਸਾਰਾ ਜਿਹੜਾ ਬਰਸਾਤ ਦਾ ਜਿਹੜਾ ਬਰਸਾਤੀ ਪਾਣੀ ਹੈ ਉਹਦੇ ਲਈ ਕੰਮ ਹੋਇਆ। ਮੇਨ ਰੋਡ ਜਿੰਨੀਆਂ ਉਹ ਸਾਰੀਆਂ ਬਣੀਆਂ। ਔਰ ਸਕੂਲ ਜਿਹੜੇ ਆ ਸਾਡੀ ਗਵਰਨਮੈਂਟ ਦੇ ਵਿੱਚ ਸਾਰਿਆਂ ਨਾਲੋਂ ਵੱਧ ਜਿਹੜਾ ਕੰਮ ਹੈ ਅਸੀਂ ਐਜੂਕੇਸ਼ਨ ਦੇ ਉੱਪਰ ਕੀਤਾ। ਔਰ ਜਿੰਨੇ ਵੀ ਸਾਡੇ ਏਰੀਏ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੇ ਸਕੂਲ ਪੈਂਦੇ ਆ, ਇਹਨਾਂ ਦੀ ਪਰਫਾਰਮੈਂਸ ਨੂੰ ਦੇਖਦੇ ਹੋਏ, ਸਕੂਲ ਐਜੂਕੇਸ਼ਨ ਨੂੰ ਦੇਖਦੇ ਹੋਏ, ਪੰਜਾਬ ਅੱਜ ਹਿੰਦੁਸਤਾਨ ਦਾ ਪਹਿਲਾ ਸੂਬਾ ਕਿ ਜਿੱਥੇ ਪੜ੍ਹਾਈ ਹੈ ਜਿਹੜੀ ਨੰਬਰ 1 ਤੇ ਚੱਲ ਰਹੀ ਹੈ ਸਰਕਾਰੀ ਸਕੂਲਾਂ ਦੀ ਰੈਂਕਿੰਗ ਦੇ ਵਿੱਚ ਸਾਡਾ ਪਹਿਲਾ ਨੰਬਰ ਮਿਲਿਆ। ਔਰ ਕੋਵਿਡ ਦੇ ਵਿੱਚ ਜਿਹੜੀਆਂ ਸੇਵਾਵਾਂ ਪੰਜਾਬ ਸਰਕਾਰ ਵੱਲੋਂ ਨਿਭਾਈਆਂ ਗਈਆਂ, ਉਹਨਾਂ ਸੇਵਾਵਾਂ ਕਰਕੇ ਵੀ ਪੰਜਾਬ ਹੈ ਜਿਹੜਾ ਪੂਰੇ ਦੇਸ਼ ਦੇ ਵਿੱਚ ਪਹਿਲੇ ਨੰਬਰ ਤੇ ਆਇਆ। ਔਰ ਬਿਜਲੀ ਦੇ ਬਿੱਲ ਦੇਖੋ ਤੁਸੀਂ, ਬਹੁਤ ਸਾਰੇ ਜਿਹੜੇ ਪਰਿਵਾਰ ਆ 2 ਕਿਲੋਵਾਟ ਤੱਕ ਦੇ ਜਿਹੜੇ ਗਰੀਬ ਪਰਿਵਾਰਾਂ ਦੇ ਜਿਹੜੇ, ਕਿਉਂਕਿ ਕੋਵਿਡ ਆ ਗਿਆ ਸੀ, ਬਹੁਤ ਸਾਰੇ ਪਰਿਵਾਰ ਆ ਜਿਹੜੇ ਕਾਰੋਬਾਰ ਬੰਦ ਹੋ ਗਏ, ਕੰਮ ਬੰਦ ਹੋ ਗਏ, ਤਾਂ ਉਹਦੇ ਕਰਕੇ ਜਿਹੜੇ ਕੋਵਿਡ ਦੇ ਜਿਹੜੇ ਬਿੱਲ ਖੜੇ ਸੀ ਉਹਨਾਂ ਦੀ ਜਿਹੜੀ ਸਾਡੀ ਸਰਕਾਰ ਨੇ ਮਾਫੀ ਜਿਹੜੀ ਹੈ ਜਿੰਨੀ ਅਮਾਉਂਟ ਸੀਗੀ ਸਾਰਿਆਂ ਦੀ ਮਾਫ ਕੀਤੀ। ਬਿਜਲੀ ਦੇ ਬਿੱਲ ਹੈ ਜਿਹੜੇ ਉਹ 3 ਰੁਪਏ ਪਰ ਯੂਨਿਟ ਦੇ ਹਿਸਾਬ ਨਾਲ 7 ਕਿਲੋਵਾਟ ਤੱਕ ਦੇ ਜਿਹੜੇ ਬਿਜਲੀ ਦੇ ਬਿੱਲ ਘਟਾਏ, ਜਿਹਦੇ ਕਰਕੇ ਕਾਫੀ ਜਿਹੜੇ ਪਰਿਵਾਰ ਆ ਉਹਨਾਂ ਨੂੰ ਕਾਫੀ ਜਿਹੜੇ ਬਿੱਲ ਹੈ ਪਿਛਲੀ ਵਾਰ ਨਾਲੋਂ ਜਿਹੜੇ ਲੈਸ ਹੋ ਕੇ ਆ ਰਹੇ। ਇਸ ਤੋਂ ਇਲਾਵਾ ਜਿਹੜੀਆਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਨ ਪੈਨਸ਼ਨ, ਆਸ਼ਰਿਤ ਪੈਨਸ਼ਨ ਹੈ ਜਿਹੜੀ, ਉਹ ਸਾਡੀ ਸਰਕਾਰ ਨੇ 1500 ਰੁਪਏ ਕੀਤੀ ਹੈ। 1500 ਰੁਪਏ ਹਰ ਇੱਕ ਮੇਰੀ ਮਾਂ ਨੂੰ, ਮੇਰੀ ਭੈਣ ਨੂੰ ਜਿਹੜੀ ਪੈਨਸ਼ਨ ਹੈ ਉਹ ਮਿਲ ਰਹੀ ਹੈ। ਸ਼ਗਨ ਸਕੀਮ ਦੀ ਜਿਹੜੀ ਰਕਮ ਹੈ 21000 ਰੁਪਇਆ ਦਿੱਤੀ ਜਾਂਦੀ ਸੀ, ਜਿਹੜੀ ਅਸੀਂ 51000 ਰੁਪਇਆ ਕੀਤੀ ਹੈ। ਪੈਟਰੋਲ ਔਰ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਉਹ ਸਾਡੀ ਸਰਕਾਰ ਨੇ 10 ਰੁਪਏ ਲੀਟਰ ਪੈਟਰੋਲ ਔਰ 5 ਰੁਪਏ ਲੀਟਰ ਹੈ ਜਿਹੜਾ ਉਹ ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ, ਕਿਉਂਕਿ ਚੰਨੀ ਸਾਹਿਬ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ, ਜਿਹੜੇ ਕਿ ਇੱਕ ਗਰੀਬ ਫੈਮਿਲੀ ਦੇ ਵਿੱਚੋਂ, ਮਿਡਲ ਕਲਾਸ ਫੈਮਿਲੀ ਦੇ ਵਿੱਚੋਂ ਉੱਠ ਕੇ ਔਰ ਇੱਕ ਕਾਉਂਸਲਰ ਤੋਂ ਜਿਹੜੇ ਹੈ ਮੁੱਖ ਮੰਤਰੀ ਬਣੇ ਆ, ਔਰ ਉਹਨਾਂ ਨੂੰ ਜਿਹੜੇ ਆਮ ਲੋਕ ਆ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਤਾਂ ਬਖੂਬੀ ਪਤਾ। ਔਰ 111 ਦਿਨ ਜਿੰਨਾ ਉਹਨਾਂ ਨੇ ਕੰਮ ਕੀਤਾ, ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਜਿਹੜਾ ਅਗਲੇ 5 ਸਾਲ ਦਾ ਮੌਕਾ ਉਹਨਾਂ ਨੂੰ ਪਾਰਟੀ ਨੇ ਦੁਬਾਰਾ ਦਿੱਤਾ। ਔਰ ਸਾਡੇ ਸਤਿਕਾਰਯੋਗ ਭੁੱਲਰ ਸਾਹਿਬ ਬੈਠੇ ਆ, ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਬਹੁਤ ਅੱਛੀ ਗੱਲ ਕੀਤੀ ਹੈ, ਕਿਉਂਕਿ ਅੱਜ ਸਮੇਂ ਦੀ ਜ਼ਰੂਰਤ ਹੈ। ਅੱਜ ਸਮੇਂ ਦੀ ਜ਼ਰੂਰਤ ਹੈ ਔਰ ਸਾਡੀ ਸਰਕਾਰ ਦਾ ਜਿਹੜਾ ਮੇਨ ਏਜੰਡਾ ਇਸ ਇਲੈਕਸ਼ਨ ਦਾ, ਜਿਹੜੇ ਵਿਚਾਰ ਇਹਨਾਂ ਨੇ ਦੱਸਿਆ ਉਸ ਵਿਚਾਰ ਦੇ ਉੱਤੇ ਅੱਜ ਇਲੈਕਸ਼ਨ ਲੜ ਰਹੀ ਹੈ। ਔਰ ਨਾਰਾ ਦਿੱਤਾ ਹੈ ਕਿ ਹਮਾਰੀ ਸਰਕਾਰ ਆਪਕੇ ਦੁਆਰ, ਕਿ ਜਿੰਨੇ ਵੀ ਪੈਨਸ਼ਨਾਂ ਦੇ ਕਾਗਜ਼, ਜਿੰਨੇ ਵੀ ਜਿਹੜੇ ਸੁਵਿਧਾ ਕੇਂਦਰ ਦੇ ਵਿੱਚ ਜਿਹੜੇ ਕੰਮ ਹੁੰਦੇ ਆ, ਉਹ ਸਾਡੀ ਸਰਕਾਰ ਨੇ ਇਹ ਵਾਅਦਾ ਕੀਤਾ ਅੱਜ ਪੰਜਾਬ ਦੇ ਲੋਕਾਂ ਦੇ ਨਾਲ, ਕਿਉਂਕਿ ਸੇਵਾ ਕੇਂਦਰ ਵੀ ਕਾਫੀ ਬਣੇ ਆ, ਸੇਵਾ ਕੇਂਦਰ ਵੀ ਹਰ ਹਲਕੇ 'ਚ 3-3 4-4 ਸੇਵਾ ਕੇਂਦਰ ਬਣੇ ਆ, ਪਰ ਇਹ ਪੋਸੀਬਿਲਿਟੀ ਨਹੀਂ ਹੈ ਕਿ ਹਰ ਏਰੀਏ ਦੇ ਵਿੱਚ ਜਿਹੜਾ ਇੱਕ ਸੇਵਾ ਕੇਂਦਰ ਖੋਲ੍ਹਿਆ ਜਾਵੇ। ਔਰ ਸਰਕਾਰ ਇਸ ਤੋਂ ਵੀ ਅਗਲੀ ਗੱਲ ਕਰ ਰਹੀ ਹੈ ਕਿ ਸਾਰਾ ਸਿਸਟਮ ਹੈ ਜਿਹੜਾ ਉਹ ਆਨਲਾਈਨ ਜਿਹੜਾ ਹੋਣ ਜਾ ਰਿਹਾ, ਜਿਹਦੇ ਵਿੱਚ ਤੁਸੀਂ ਆਪਣੇ ਘਰੋਂ ਬੈਠ ਕੇ ਜਾਂ ਆਪਣੇ ਘਰ ਦੇ ਲਾਗੇ ਜਿਹੜਾ ਤੁਹਾਨੂੰ ਕੋਈ ਕੈਫੇ ਸੈਂਟਰ ਪੈਂਦਾ, ਜਾਂ ਜਿਹਦੇ ਘਰ ਦੇ ਵਿੱਚ ਆਪਣਾ ਕੰਪਿਊਟਰ ਹੈ, ਅੱਜ ਕੈਫੇ ਸੈਂਟਰ ਵੀ ਤਕਰੀਬਨ ਹਰ ਮੁਹੱਲੇ ਦੇ ਵਿੱਚ 2-2 3-3 4-4 ਬਣੇ ਆ, ਜਾਂ ਘਰ ਦੇ ਵਿੱਚ ਹਰ ਘਰ ਦੇ ਵਿੱਚ ਇੰਟਰਨੈਟ ਲੱਗਾ ਹਰ ਘਰ ਦੇ ਵਿੱਚ ਅੱਜ, ਕਿਉਂਕਿ ਸਾਰੀ ਪੜ੍ਹਾਈ ਵੀ ਅੱਜ ਕੱਲ ਤਕਰੀਬਨ ਆਨਲਾਈਨ ਚੱਲ ਰਹੀ ਹੈ। ਜਿਨ੍ਹਾਂ ਕੋਲ ਕੰਪਿਊਟਰ ਨਹੀਂ ਸੀ,
ਕਾਫੀ ਜਿਹੜੇ ਆ ਲੋਕਾਂ ਨੇ ਕੰਪਿਊਟਰ ਵੀ ਲਗਾਏ ਆ ਔਰ ਘਰੋਂ ਹੀ ਜਿਹੜਾ ਬੈਠ ਕੇ ਹੀ ਅੱਜ ਸਰਕਾਰ ਇਦਾਂ ਦਾ ਪ੍ਰੋਗਰਾਮ ਲੈ ਕੇ ਆ ਰਹੀ ਹੈ ਕਿ ਜਿਹੜੇ ਵੀ ਸਰਟੀਫਿਕੇਟਸ, ਜਿਹੜੇ ਵੀ ਫਾਰਮ, ਜਿਹੜੇ ਵੀ ਕੰਮ ਸੇਵਾ ਕੇਂਦਰਾਂ ਦੇ ਵਿੱਚ, ਸੁਵਿਧਾ ਕੇਂਦਰਾਂ ਦੇ ਵਿੱਚ ਹੁੰਦੇ ਆ, ਉਹ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਘਰ ਬੈਠ ਕੇ ਹੀ ਕਰ ਸਕੋਗੇ। ਘਰੋਂ ਹੀ ਸਾਰੇ ਕੰਮ ਚੱਲਣਗੇ ਤਾਂ ਕਿ ਜਿਹੜਾ ਟਾਈਮ ਵੇਸਟ ਹੁੰਦਾ, ਆਣਾ ਜਾਣਾ ਲੱਗਦਾ, ਜਦੋਂ ਤੁਸੀਂ ਉਹ ਫਾਰਮ ਲੈਣ ਲਈ ਤਹਿਸੀਲੇ ਕਚਹਿਰੀਆਂ ਕਿਤੇ ਜਾਂਦੇ ਹੋ ਤਾਂ ਜਿੱਥੇ ਟਾਈਮ ਦੀ ਜਿਹੜੀ ਆ ਖਰਾਬੀ ਹੁੰਦੀ ਹੈ, ਉਹਦੇ ਨਾਲ ਨਾਲ ਟ੍ਰੈਫਿਕ ਜਾਮ ਵੀ ਹੁੰਦਾ, ਉਹਦੇ ਨਾਲ ਨਾਲ ਪੈਟਰੋਲ ਵੀ ਲੱਗਦਾ, ਉਹਦੇ ਨਾਲ ਨਾਲ ਪੋਲਿਊਸ਼ਨ ਵੀ ਵੱਧਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਖਿਆਲ 'ਚ ਰੱਖਦੇ ਇਹ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆਨਲਾਈਨ ਜਿਹੜਾ ਹਰ ਇੱਕ ਸਿਸਟਮ ਹੈ ਉਹ ਘਰ ਦੇ ਬੈਠ ਕੇ ਤੁਸੀਂ ਕਰ ਸਕਦੇ ਹੋ, ਕਿਉਂਕਿ ਅੱਜ ਸਮੇਂ ਦੀ ਡਿਮਾਂਡ ਹੈ। ਸਮੇਂ ਦੀ ਡਿਮਾਂਡ ਹੈ, ਜਿਹੜੀ ਤੁਸੀਂ ਗੱਲ ਕੀਤੀ ਹੈ, ਤੁਸੀਂ ਬਿਲਕੁਲ ਵਾਜਬ ਗੱਲ ਕੀਤੀ ਹੈ। ਅੱਜ ਸਮੇਂ ਦੀ ਡਿਮਾਂਡ ਹੈ ਕਿ ਹਰ ਇੱਕ ਜਿਹੜਾ, ਕਿਉਂਕਿ ਘਰ ਦੇ ਵਿੱਚ ਸਾਰੇ ਤਕਰੀਬਨ ਜਿਹੜਾ ਅਗਲੀ ਜਨਰੇਸ਼ਨ ਹੈ ਉਹਨਾਂ ਨੂੰ ਮੋਬਾਈਲ ਦੇ ਵਿੱਚ ਸਾਰੀਆਂ ਐਪਸ ਚਲਾਉਣੀਆਂ ਆਉਂਦੀਆਂ ਔਰ ਘਰੋਂ ਬੈਠ ਕੇ ਜਿਹੜੇ ਸਾਰੇ ਕੰਮ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਚੱਲਿਆ ਕਰਨਗੇ। ਔਰ ਇਸ ਤੋਂ ਇਲਾਵਾ ਜਿਹੜੀਆਂ ਦੂਸਰੀਆਂ ਪਾਰਟੀਆਂ, ਤੁਸੀਂ ਜਾਣਦੇ ਹੋ ਕਿ ਸਾਡੇ ਤੋਂ ਪਹਿਲਾਂ 10 ਸਾਲ ਇੱਥੇ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਵਾਲਿਆਂ ਦੀ ਸਰਕਾਰ ਸੀ ਔਰ ਅੱਜ ਮੈਂ ਉਹਨਾਂ ਦੀਆਂ ਕਈ ਮੀਟਿੰਗਸ ਮੋਬਾਈਲ ਦੇ ਵਿੱਚ ਸੁਣਦਾ। ਉਹਨਾਂ ਦੇ ਕੈਂਡੀਡੇਟ ਸਾਹਿਬ ਕੋਲ ਪਿਛਲੇ 10 ਸਾਲਾਂ ਦੇ ਵਿੱਚ ਕੋਈ ਵੀ ਇਹੋ ਜਿਹਾ ਕੰਮ ਜਿਹੜਾ ਉਹਨਾਂ ਨੇ ਹਲਕੇ ਦੇ ਵਿੱਚ ਕੀਤਾ ਹੋਵੇ ਗਿਣਾਉਣ ਦੇ ਲਈ ਕੋਈ ਏਜੰਡਾ ਨਹੀਂ ਹੈ। ਅੱਜ ਉੱਥੇ ਉਹਨਾਂ ਕੋਲ, ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਸਦਾ ਏਜੰਡਾ ਜਿਹੜਾ ਉਹ ਧਰਮ ਔਰ ਜਾਤ ਪਾਤ ਦੇ ਨਾਂ ਦੇ ਉੱਤੇ ਜਿਹੜੀਆਂ ਹਮੇਸ਼ਾ ਉਹਨਾਂ ਨੇ ਰਾਜਨੀਤੀ ਕਰਕੇ ਵੋਟਾਂ ਬਟੋਰੀਆਂ ਔਰ ਅੱਜ ਵੀ ਉਸੇ ਏਜੰਡੇ ਦੇ ਉੱਤੇ ਹੀ ਜਿਹੜਾ ਕੰਮ ਕੀਤਾ ਜਾ ਰਿਹਾ। ਜਾਤ ਪਾਤ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਜਿਹੜੀ ਕੋਸ਼ਿਸ਼ ਹੈ, ਉਹੀ ਪੁਰਾਣੀਆਂ ਕੋਸ਼ਿਸ਼ਾਂ ਫਿਰ ਦੁਬਾਰਾ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਔਰ ਕਿਉਂਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ ਚੱਲਿਆ, ਕਿਸਾਨਾਂ ਦੇ ਨਾਲ ਔਰ ਪੰਜਾਬੀਆਂ ਦੇ ਨਾਲ ਜਿੰਨਾ ਧੱਕਾ ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕੀਤਾ ਔਰ ਸਾਡਾ ਜਿਹੜਾ ਕਿਸਾਨ ਹੈ, ਜਿਹੜਾ 1 ਸਾਲ ਤੋਂ ਵੀ ਵੱਧ ਸਮਾਂ ਦਿੱਲੀ ਦੀਆਂ ਹੱਦਾਂ ਤੇ ਬੈਠ ਕੇ ਜਿਹਨੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਿਹੜਾ ਸੰਘਰਸ਼ ਕੀਤਾ ਸੀ, ਮੋਰਚਾ ਲਗਾਇਆ ਸੀ, ਮੇਰਾ ਖਿਆਲ ਹੈ ਕਿ ਮੈਂ ਆਪਣੀ ਲਾਈਫ ਦੇ ਵਿੱਚ ਜਿਹੜਾ, ਜਾਂ ਅਸੀਂ ਜਿੰਨੇ ਇੱਥੇ ਬੈਠੇ ਆ, ਕੋਈ ਐਡਾ ਲੰਬਾ ਸੰਘਰਸ਼ ਆ ਜਿਹੜਾ ਅਸੀਂ ਆਪਣੀ ਲਾਈਫ ਦੇ ਵਿੱਚ ਨਾ ਆਉਣ ਵਾਲੇ ਸਮੇਂ 'ਚ ਦੇਖਾਂਗੇ ਔਰ ਨਾ ਪਿਛਲੇ ਸਮੇਂ 'ਚ ਦੇਖਿਆ। ਔਰ 700 ਕਿਸਾਨਾਂ ਨੇ ਉੱਥੇ ਆਪਣੀ ਸ਼ਹਾਦਤ ਹੈ ਜਿਹੜੀ ਉਸ ਪ੍ਰੋਟੈਸਟ ਦੇ ਦੌਰਾਨ, ਉਸ ਧਰਨੇ ਦੇ ਦੌਰਾਨ ਸੜਕਾਂ ਦੇ ਉੱਤੇ ਦਿੱਤੀ ਹੈ। ਬੇਸ਼ੱਕ ਇਲੈਕਸ਼ਨ ਕਰਕੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਉਹ ਕਾਨੂੰਨ ਹੈ ਜਿਹੜੇ ਵਾਪਸ ਤਾਂ ਲੈ ਲਏ, ਪਰ ਉਹਨਾਂ ਦੇ ਨਾਲ ਲੱਗਦੀਆਂ ਜਿਹੜੀਆਂ ਸ਼ਰਤਾਂ ਸੀਗੀਆਂ ਕਿਸਾਨ ਭਰਾਵਾਂ ਦੇ ਨਾਲ, ਉਹਨਾਂ ਦੀਆਂ ਮੰਗਾਂ ਸੀਗੀਆਂ ਕਿ ਜਿਹੜੇ ਲੋਕ ਉੱਥੇ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੁਝ ਨਾ ਕੁਝ ਜਿਹੜਾ ਸਰਕਾਰ ਉਹਨਾਂ ਨੂੰ ਦੇਵੇ। ਪਲੱਸ ਜਿਹੜੇ 26 ਜਨਵਰੀ ਨੂੰ ਜਿਹੜੇ ਉੱਥੇ ਪਰਚੇ ਦਰਜ ਹੋਏ ਸੀਗੇ ਉਹਨਾਂ ਪਰਿਵਾਰਾਂ ਦੇ ਉੱਤੇ ਨਜਾਇਜ਼, ਲਾਲ ਕਿਲੇ ਵਾਲੇ ਜਿਹੜੇ 15 ਅਗਸਤ ਨੂੰ ਹੋਣੇ ਸੀ, 26 ਜਨਵਰੀ ਨੂੰ ਉੱਥੇ ਜਿਹੜੇ ਪਰਚੇ ਦਰਜ ਹੋਏ ਸੀ ਨਜਾਇਜ਼, ਉਹ ਵੀ ਵਾਪਸ ਕਰਨ ਦੀ ਗੱਲ ਸੀ। ਪਰ ਸਰਕਾਰ ਨੇ ਕਿਸਾਨ ਵੀਰਾਂ ਦੀ ਹਜੇ ਤੱਕ ਕੋਈ ਗੱਲ ਸੁਣੀ ਨਹੀਂ, ਜਿਹਦੇ ਕਰਕੇ ਹਜੇ ਤੱਕ ਵੀ ਕਿਸਾਨ ਭਾਈਚਾਰਾ ਜਿਹੜਾ ਉਹ ਪੂਰੀ ਤਰ੍ਹਾਂ ਨਾਰਾਜ਼ ਆ। ਤੁਸੀਂ ਪਿਛਲੇ ਦਿਨੀ ਦੇਖਿਆ ਕਿ ਜਿਹੜੀ ਫਿਰੋਜ਼ਪੁਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਰੈਲੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਕੁਰਸੀਆਂ ਖਾਲੀ ਰਹਿ ਗਈਆਂ, ਕਿਸੇ ਨੇ ਵੀ ਜਿਹੜਾ ਉੱਥੇ ਰੈਲੀ ਦੇ ਵਿੱਚ ਪਹੁੰਚ ਨਹੀਂ ਸਕੇ ਇਹਨਾਂ ਦੇ ਲੋਕ। ਸੋ ਅੱਜ ਮੈਂ ਸਮਝਦਾ ਕਿ ਪੰਜਾਬ ਨੂੰ ਜ਼ਰੂਰਤ ਹੈ ਕਾਂਗਰਸ ਪਾਰਟੀ ਦੀ, ਕਿਉਂਕਿ 111 ਦਿਨ ਦਾ ਜਿਹੜਾ ਕਾਰਜਕਾਲ ਹੈ ਉਹ ਅਸੀਂ ਸਾਰਿਆਂ ਨੇ ਦੇਖਿਆ। ਔਰ ਇੱਕ ਹੋਰ ਪਾਰਟੀ ਹੈ ਜਿਹੜੀ ਉਹ ਤੁਰੀ ਫਿਰਦੀ ਹੈ ਇੱਥੇ, ਜਿਹੜੇ ਕਿ ਪੰਜਾਬ ਦੇ ਲੋਕਾਂ ਨੂੰ ਠੱਗਣਾ ਚਾਹੁੰਦੇ ਆ। ਹਜੇ ਤੱਕ ਇਹ ਗੱਲ ਕਲੀਅਰ ਨਹੀਂ ਹੋ ਸਕੀ ਕਿ ਕੇਜਰੀਵਾਲ ਦੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ। ਬੋਰਡਾਂ ਦੇ ਉੱਤੇ ਲਿਖਿਆ ਸੀ ਇੱਕ ਮੌਕਾ ਕੇਜਰੀਵਾਲ ਨੂੰ, ਫਿਰ ਥੋੜੀ ਦੇਰ ਬਾਅਦ ਲਿਖ ਦਿੱਤਾ ਇੱਕ ਮੌਕਾ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ। ਇਹ ਗੱਲ ਹਜੇ ਸਾਫ਼ ਨਹੀਂ ਹੋ ਪਾ ਰਹੀ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਇਹ ਕੌਣ ਹੋਏਗਾ। ਔਰ ਜਿਹੜੇ ਇਹਨਾਂ ਦੇ ਲੀਡਰ ਆ, ਜਿੱਦਾਂ ਦੇ ਬੰਦਿਆਂ ਨੂੰ ਇਹਨਾਂ ਨੇ ਟਿਕਟਾਂ ਦਿੱਤੀਆਂ, ਅੱਜ ਜਿਹੜਾ ਜਲੰਧਰ ਦੇ ਵਿੱਚ ਜਿੰਨੇ ਵੀ ਲੋਕ
ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜ ਰਿਹਾ, ਖਾਸ ਕਰਕੇ ਮੈਂ ਆਪਣੇ ਹਲਕੇ ਦੀ ਗੱਲ ਕਰਾਂਗਾ। ਆਮ ਆਦਮੀ ਪਾਰਟੀ ਨੂੰ ਇੱਕ ਕ੍ਰਾਂਤੀਕਾਰੀ ਲੋਕਾਂ ਦੀ ਜਿਹੜਾ ਪਾਰਟੀ ਵੈਸੇ ਇੱਥੇ ਸਮਝਦੇ ਸੀ ਲੋਕ ਕਿ ਇਹ ਲੋਕ ਆ ਜਿਹੜੇ ਰੈਵੋਲੂਸ਼ਨਰੀ ਲੋਕ ਆ, ਪਰ ਜਦੋਂ ਟਿਕਟਾਂ ਦੀ ਵੰਡ ਹੋਈ ਤਾਂ ਇਹ ਗੱਲ ਸਾਬਤ ਹੋ ਗਈ ਕਿ ਆਮ ਆਦਮੀ ਪਾਰਟੀ ਦਾ ਵੀ ਇੱਕ ਬੜਾ ਜਿਹੜਾ ਤਗੜਾ ਹਿਡਨ ਏਜੰਡਾ, ਕਿਉਂਕਿ ਨਵੇਂ ਬੰਦਿਆਂ ਨੂੰ ਰਾਤੋਂ ਰਾਤ ਜਿਹੜਾ ਟਿਕਟ ਦੇਣੀ, ਔਰ ਖਾਸ ਕਰਕੇ ਕਿਉਂਕਿ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਹੋਣ, ਜਿਨ੍ਹਾਂ ਨੇ ਪਿਛਲੇ ਕਈ ਸਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹਿ ਕੇ ਕਈ ਤਰ੍ਹਾਂ ਦੀ ਲੁੱਟ ਖਸੁੱਟ ਕੀਤੀ, ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਰਾਤੋਂ ਰਾਤ ਟਿਕਟ ਦੇਣੀ, ਇਹਦੇ ਵਿੱਚ ਇਸ ਗੱਲ ਦੀ ਸਮੈਲ ਆ ਰਹੀ ਹੈ ਕਿ ਕਿਤੇ ਨਾ ਕਿਤੇ ਇਹ ਅੰਦਰੋਂ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਵਾਲੇ ਕਿਤੇ ਨਾ ਕਿਤੇ ਅੰਦਰੋਂ ਇਹਨਾਂ ਦੀ ਇੱਕੋ ਹੀ ਸਲਾਹ ਹੈ, ਅੰਦਰੋਂ ਇਕੱਠੇ ਹੋ ਕੇ ਜਿਹੜੇ ਆ ਇਲੈਕਸ਼ਨ ਲੜ ਰਹੇ। ਅਦਰਵਾਈਜ਼ ਇਦਾਂ ਦੇ ਫੈਸਲੇ ਜਿਹੜੇ ਹੋ ਨਹੀਂ ਸਕਦੇ। ਔਰ ਜਿਹੜਾ ਇੱਥੋਂ ਕੈਂਡੀਡੇਟ ਦਿੱਤਾ ਉਹ ਕਹਿਣ 'ਚ ਤਾਂ ਆਉਂਦਾ ਕਿ 16 ਕਲਾ ਹੁੰਦੀਆਂ, ਬੰਦਾ 16 ਕਲਾ ਸੰਪੂਰਨ ਹੁੰਦਾ। ਮੇਰਾ ਖਿਆਲ ਹੈ ਜਿਹੜਾ ਕੈਂਡੀਡੇਟ ਦਿੱਤਾ ਉਹ 32-35 ਕਲਾ ਸੰਪੂਰਨ ਹੈ। ਕੋਈ ਕਲਾ ਜਿਹੜੀ 16 ਕਲਾ ਤੋਂ ਵੀ ਜਿਹੜੀਆਂ ਉੱਪਰ ਹੁੰਦੀਆਂ, ਉਹ ਵੀ ਕਲਾ ਜਿਹੜੀਆਂ ਉਹਦੇ ਅੰਦਰ ਉਹਨੇ ਸਿੱਖੀਆਂ ਹੋਈਆਂ। ਔਰ ਕੈਂਡੀਡੇਟਰ ਭਰਨ ਦੇ ਵਿੱਚ ਉਹਨੇ ਕਿਹਾ ਕਿ ਮੇਰੇ ਉੱਤੇ 9 ਪਰਚੇ ਆ, ਮੇਰੇ 9 ਕੇਸ ਚੱਲ ਰਹੇ, ਜਦ ਕਿ 8-10 ਕੇਸ ਤਾਂ ਉਹਨੇ ਦੱਸੇ ਹੀ ਨਹੀਂ। ਡੁਪਲੀਕੇਟ ਸਰਟੀਫਿਕੇਟ ਲਾਤਾ 10ਵੀਂ ਦਾ ਕਿ ਜੇ ਭਲਿਆ ਲੁਕਿਆ ਤੂੰ ਪੜ੍ਹਿਆ ਨਹੀਂ ਆ ਤਾਂ ਲਿਖਦੇ ਅਨਪੜ੍ਹ ਵੀ ਤਾਂ ਇੱਥੇ ਲੋਕ ਇਲੈਕਸ਼ਨ ਲੜਦੇ ਹੀ ਆ। ਸਰਟੀਫਿਕੇਟ ਨਕਲੀ ਹਰਿਆਣੇ ਤੋਂ ਬਣਾ ਕੇ ਲਾਤਾ। ਤਾਂ ਮੈਂ ਗੱਲ ਇਸ ਕਰਕੇ ਦੱਸ ਰਿਹਾ ਕਿ ਜਿਹੜੇ ਲੋਕ ਇਹਨਾਂ ਲੋਕਾਂ ਦੀ ਪੁਰਜੋਰ ਸਿਫਾਰਿਸ਼ ਕਰ ਰਹੇ ਆ, ਅੱਜ ਕੁਝ ਮੇਰੇ ਹੀ ਬੰਦੇ ਜਿਹੜੇ ਆ ਉਹ ਪੱਬਾਂ ਭਾਰ ਹੋਏ ਆ ਕਿ ਅੱਜ ਇਲੈਕਸ਼ਨ ਜਿਹੜਾ ਝਾੜੂ ਪਾਰਟੀ ਨੂੰ ਜਿਤਾ ਕੇ ਭੇਜਣਾ, ਔਰ ਮੇਰੇ ਬੰਦਿਆਂ ਨੂੰ ਘਰ ਘਰ ਜਾ ਕੇ ਰੋਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰਦੇ ਆ ਕਿ ਨਾ ਭਾਈ ਨਾ, ਕਦੀ ਕਿਸੇ ਦੇ ਘਰ ਜਾ ਕੇ ਬਹਿ ਜਾਣਾ, ਕਦੀ ਕਿਸੇ ਨੂੰ ਰੋਕਣਾ। ਯਾਰ ਜਿਹੜੀ ਵੋਟ ਹੈ, ਵੋਟ ਤਾਂ ਦਿਲੋਂ ਪੈਂਦੀ ਹੈ, ਜਿੰਨੂੰ ਵੀ ਪੈਂਦੀ ਹੈ। ਦੇਖੋ ਘੋੜੇ ਨੂੰ ਕਹਿੰਦੇ ਆ ਕਿ ਦਰਿਆ ਤੱਕ ਤਾਂ ਤੁਸੀਂ ਖਿੱਚ ਕੇ ਲਿਜਾ ਸਕਦੇ ਹੋ, ਪਰ ਉਹਨੂੰ ਜ਼ਬਰਦਸਤੀ ਪਾਣੀ ਨਹੀਂ ਪਿਆ ਸਕਦੇ। ਲੋਕਾਂ ਨੂੰ ਤੁਸੀਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਜਲਸੇ ਮੀਟਿੰਗਾਂ ਹੁੰਦੀਆਂ ਉਹਦੇ ਵਿੱਚ ਤਾਂ ਧੱਕੇ ਨਾਲ ਲਿਆ ਕੇ ਬਿਠਾ ਸਕਦੇ ਹੋ, ਗਲੇ 'ਚ ਸਾਫੇ ਵੀ ਪਾ ਸਕਦੇ ਹੋ, ਪਰ ਵੋਟ ਕਿੱਦਾਂ ਲੈ ਲੈਣੀ ਹੈ? ਵੋਟ ਤਾਂ ਇਨਸਾਨ ਨੇ ਆਪਣੇ ਦਿਲੋਂ ਪਾਣੀ ਹੈ, ਪਿਆਰ ਦੇ ਨਾਲ ਪਾਣੀ ਹੈ। ਔਰ ਮੈਨੂੰ ਇਸ ਗੱਲ ਦਾ ਪੂਰਾ ਪਤਾ ਹੈ ਕਿ ਜਿੰਨੀ ਧੱਕੇਸ਼ਾਹੀ ਅੱਜ ਇਸ ਬੈਲਟ ਦੇ ਵਿੱਚ ਕੁਝ ਲੋਕ ਕਰ ਰਹੇ ਆ, ਉਹਨਾਂ ਦੇ ਏਜੰਡੇ ਕੀ ਹੈ, ਉਹਨਾਂ ਦਾ ਆਪਣਾ ਪਰਸਨਲ ਏਜੰਡਾ ਕੀ ਹੈ। ਗੁੰਡਾਗਰਦ ਜਿਹੜਾ ਕੈਂਡੀਡੇਟ ਹੈ ਉਹਦੀ ਮਦਦ ਕਰਨੀ, ਤਾਂ ਮੈਂ ਸਮਝਾਂਗਾ ਕਿ ਜਿਹੜੇ ਲੋਕ ਇਸ ਕੈਂਡੀਡੇਟ ਦੀ ਮਦਦ ਕਰ ਰਹੇ ਆ ਉਹ ਸਾਡੇ ਇਲਾਕੇ ਦੇ ਵਿੱਚ ਗੁੰਡਾਗਰਦੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਆ। ਜਿਹੜੇ ਲੋਕ ਇਸ ਕੈਂਡੀਡੇਟ ਦੀ ਮਦਦ ਕਰ ਰਹੇ ਆ ਉਹ ਚਾਹੁੰਦੇ ਆ ਕਿ ਜਿਹੜੇ ਜੂਏ ਦੇ ਅੱਡੇ ਬਸਤੀਆਂ ਦੇ ਵਿੱਚ ਚੱਲਦੇ ਆ ਉਹ ਇਸ ਇਲਾਕੇ ਦੇ ਵਿੱਚ ਵੀ ਚੱਲਣ। ਉਹ ਲੋਕ ਇਹ ਚਾਹੁੰਦੇ ਆ ਕਿ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ, ਨਜਾਇਜ਼ ਸ਼ਰਾਬਬੰਦੀ ਜਿੱਥੇ ਫੜੀ ਗਈ ਆ, ਜਿੱਥੇ ਦੂਸਰੇ ਏਰੀਏ 'ਚ ਚੱਲਦੀ ਆ, ਇਸ ਏਰੀਏ ਦੇ ਵਿੱਚ ਵੀ ਉਹਨਾਂ ਦੇ ਅੱਡੇ ਚੱਲਣ, ਇੱਥੇ ਸ਼ਰਾਬਾਂ ਵਿਕਣ ਤੇ ਲੋਕ ਆ ਜਿਹੜੇ ਇੱਥੇ ਇੱਕ ਦੂਜੇ ਦੇ ਨਾਲ ਲੜਨ ਮਰਨ। ਇਹੋ ਜਿਹੇ ਜਿਹੜੇ ਲੋਕ ਆ, ਇਹਨਾਂ ਦੇ ਲੋਕਾਂ ਦੇ ਜਿਹੜੇ ਏਜੰਡੇ ਆ ਇਹ ਅੱਜ ਸਾਫ਼ ਹੋ ਚੁੱਕੇ ਆ। ਔਰ ਮੈਨੂੰ ਇਸ ਗੱਲ ਦਾ ਪੂਰਾ ਮਾਣ ਪ੍ਰਾਪਤ ਹੈ ਕਿ ਜਿਸ ਕਲੋਨੀ ਦੇ ਵਿੱਚ ਅਸੀਂ ਬੈਠੇ ਆ, ਇੱਥੇ ਸਾਰੇ ਜਾਗਰੂਕ ਲੋਕ ਰਹਿੰਦੇ ਆ, ਜਿਹੜੇ ਕਿ ਵਿਊ ਮੇਕਰ ਆ, ਜਿਨ੍ਹਾਂ ਨੇ ਲੋਕਾਂ ਦੇ ਵਿਚਾਰ ਆ ਉਹ ਬਣਾਣੇ, ਔਰ ਤੁਸੀਂ ਹਵਾ ਦਾ ਰੁਖ ਮੋੜਨ ਦੀ ਤਾਕਤ ਰੱਖਦੇ ਹੋ। ਔਰ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਕਿ ਆਪਣੀ ਵੋਟ ਹੈ ਜਿਹੜੇ ਲੋਕ ਦੂਸਰੇ ਪਾਸੇ, ਵੈਸੇ ਤਾਂ ਮੈਨੂੰ ਲੱਗਦਾ ਨਹੀਂ ਕੋਈ ਇੱਥੋਂ ਇੱਧਰ ਉੱਧਰ ਜਾਏਗਾ, ਪਰ ਫਿਰ ਵੀ ਜਿਹੜੇ ਇੱਕਾ ਦੁੱਕਾ ਕੋਈ ਹੈਗੇ ਆ ਉਹਨਾਂ ਨੂੰ ਵੀ ਤੁਸੀਂ ਪਿਆਰ ਦੇ ਨਾਲ ਸਮਝਾ ਕੇ ਕਾਂਗਰਸ ਪਾਰਟੀ ਦੇ ਨਾਲ ਜੋੜੋ, ਕਿਉਂਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਸਾਰੇ ਧਰਮਾਂ ਦਾ ਇੱਕ ਸੈਕੂਲਰ ਪਾਰਟੀ ਹੈ, ਜਿਹਦੇ ਵਿੱਚ ਹਰ ਇੱਕ ਦਾ ਬਰਾਬਰ ਸਤਿਕਾਰ, ਹਰ ਇੱਕ ਧਰਮ ਦੀ ਜਿਹੜੀ ਗੱਲ ਹੈ ਉਹ ਬਰਾਬਰ ਕੀਤੀ ਜਾਂਦੀ ਹੈ। ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ 20 ਤਰੀਕ ਵਾਲੇ ਦਿਨ ਵੱਧ ਤੋਂ ਵੱਧ ਵੋਟਾਂ ਕਾਂਗਰਸ ਪਾਰਟੀ ਨੂੰ ਪਾਓ। ਜਿੱਥੇ ਤੁਸੀਂ
ਕਾਂਗਰਸ ਪਾਰਟੀ ਨੂੰ ਵੋਟ ਪਾਣੀ ਹੈ। ਜਿੱਥੇ ਸਾਡੇ ਮਾਤਾ ਜੀ ਦੇ ਹੱਥ ਮਜ਼ਬੂਤ ਹੋਣੇ ਆ, ਜਿੱਥੇ ਤੁਸੀਂ ਮੈਨੂੰ ਵਿਧਾਨ ਸਭਾ ਦੇ ਵਿੱਚ ਭੇਜਣਾ ਹੈ, ਉੱਥੇ ਉਹ ਜਿਹੜੀ ਵੋਟ ਹੈ ਉਹ ਸਿੱਧੀ ਸਾਡੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦੇ ਖਾਤੇ 'ਚ ਜਾਏਗੀ। ਔਰ ਚੰਨੀ ਜੀ ਇਹੋ ਜਿਹੇ ਲੀਡਰ ਜਿਨ੍ਹਾਂ ਨੇ ਪੰਜਾਬ ਦਾ ਫਿਊਚਰ ਬਣਾਉਣਾ, ਪੰਜਾਬ ਦੇ ਨੌਜਵਾਨਾਂ ਦਾ ਫਿਊਚਰ ਬਣਾਉਣਾ। ਔਰ ਅਗਰ ਇੱਕ ਇਨਸਾਨ 111 ਦਿਨਾਂ ਦੇ ਛੋਟੇ ਜਿਹੇ ਕਾਰਜਕਾਲ ਦੇ ਵਿੱਚ ਏਡਾ ਵੱਡੀਆਂ ਉਪਲਬਧੀਆਂ ਦੇ ਸਕਦਾ, ਏਡੇ ਵੱਡੇ ਕੰਮ ਕਰ ਸਕਦਾ। ਔਰ ਜੇ ਅਸੀਂ ਪੂਰੇ 5 ਸਾਲ ਦਾ ਉਹਨਾਂ ਨੂੰ ਸਮਾਂ ਦੇਵਾਂਗੇ ਤਾਂ ਪੰਜਾਬ ਦੀ ਜਿਹੜੀ ਨੁਹਾਰ ਹੈ ਉਹ ਬਦਲ ਕੇ ਰੱਖ ਦੇਣਗੇ। ਪੰਜਾਬ ਨੂੰ ਹੋਰ ਮੁੜ ਪੈਰਾਂ ਦੇ ਉੱਤੇ ਖੜਾ ਕਰਨ ਦੇ ਲਈ ਉਹ ਪੂਰਾ ਜ਼ੋਰ ਲਗਾਉਣਗੇ। ਤੋਂ ਮੈਂ ਤੁਹਾਡੇ ਸਾਰਿਆਂ ਦਾ, ਆਪਣੇ ਪ੍ਰਬੰਧਕ ਵੀਰਾਂ ਦਾ ਔਰ ਜਿੰਨੇ ਸਾਥੀ, ਜਿੰਨੀਆਂ ਮੇਰੀਆਂ ਮਾਤਾਵਾਂ ਭੈਣਾਂ, ਮੇਰੇ ਵੀਰ, ਮੇਰੇ ਬਜ਼ੁਰਗ ਅੱਜ ਤੁਸੀਂ ਇੱਥੇ ਆਏ ਹੋ, ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ। ਔਰ ਫਿਰ ਅਖੀਰ ਦੇ ਵਿੱਚ ਬੇਨਤੀ ਕਿ 20 ਤਰੀਕ ਵਾਲੇ ਦਿਨ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣੇ ਇਸ ਵੀਰ ਨੂੰ, ਆਪਣੇ ਸੇਵਾਦਾਰ ਨੂੰ ਕਾਮਯਾਬ ਕਰੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ